ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ, ਜ਼ੈਂਡਰ ਗਰੁੱਪ ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸੰਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ ਤੇ ਈਸ਼ੋ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੀਆਂ 2 ਲੋਕੇਸ਼ਨ ਨੇ ਟਰਲੌਕ ਅਤੇ ਸਟਾਕਟਨ ਦੇ ਵਿੱਚ। ਇਹਨਾਂ ਦੇ ਕੋਲੋਂ ਤੁਸੀਂ ਹਰ ਤਰੀਕੇ ਦੇ ਹਾਈ ਕੁਆਲਿਟੀ OEM ਪਾਰਟਸ ਤੇ ਆਫਟਰ ਮਾਰਕੀਟ ਪਾਰਟਸ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183 ਤੇ ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਥੋੜਾ ਜਿਹਾ ਜੇ ਆਪਾਂ ਹਰੀਕੇਨ ਆਇਨ ਦਾ ਕਵਰ ਕਰਦੇ ਜਾਈਏ। ਫਲੋਰੀਡਾ ਦੇ ਵਿੱਚ ਹਰੀਕੇਨ ਆਇਨ ਨੇ ਬਹੁਤ ਤਬਾਹੀ ਮਚਾਈ ਆ। ਗਵਰਨਰ ਡਿਸੈਂਟਿਸ ਨੇ ਇਹ ਕਿਹਾ ਵੀ ਮੈਂ ਇਦਾਂ ਦਾ ਜਿਹੜਾ ਫਲੱਡਿੰਗ ਆ ਆਪਣੀ ਲਾਈਫ 'ਚ ਨਹੀਂ ਦੇਖੀਆਂ। ਇੰਨਾ ਜ਼ਿਆਦਾ ਜਿਹੜਾ ਫਲੱਡਸ ਆਏ ਹੈਗੇ ਆ। ਸੈਨੀਵਲ ਕਾਜ਼ਵੇ ਇੱਕ ਜੋ ਮੇਜਰ ਬ੍ਰਿਜ ਹੈਗਾ ਉੱਥੇ ਸੈਨੀਵਲ ਤੇ ਕੈਪਟੀਵਾ ਆਈਲੈਂਡ ਨੂੰ ਮੇਨ ਆਈਲੈਂਡ ਨੂੰ ਜੋੜਦਾ, ਉਹਦਾ 60 ਫੁੱਟ ਦੇ ਕਰੀਬ ਇੱਕ ਹਿੱਸਾ ਤੂਫਾਨ ਦੇ ਵਿੱਚ ਹੀ ਉੱਡ ਕੇ ਚਲਾ ਗਿਆ। ਸੋ ਇਹ ਬ੍ਰਿਜ ਪੂਰੀ ਤਰ੍ਹਾਂ ਟੁੱਟ ਗਿਆ ਹੈਗਾ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਰਿਲੀਫ ਆਰਗੇਨਾਈਜੇਸ਼ਨਸ, ਫੈਡਰਲ ਗਵਰਨਮੈਂਟ ਸਾਰੀ ਰਲ ਕੇ ਹੈਲਪ ਕਰ ਰਹੇ ਹੈਗੇ ਆ। ਟਰੱਕਿੰਗ ਦੀ ਵੀ ਜੇ ਗੱਲ ਕਰਦੇ ਜਾਈਏ, ਇੱਕ ਵਲੰਟੀਅਰ ਨੈਟਵਰਕ ਆਫ ਟਰੱਕਰਸ ਹੈਗਾ। ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਟਰੱਕਸ ਵਿਦ ਰੂਮ ਟੂ ਸਪੇਅਰ। ਉਹ ਰਲ ਕੇ ਇਸ ਜੋ ਸਪਲਾਈ ਉੱਥੇ ਕਰਨੀ ਹੈਗੀ ਆ ਫੂਡ ਦੀ ਜਾਂ ਹੋਰ, ਉਹਦੇ ਲਈ ਰਲ ਕੇ ਸ਼ੈਲੀ ਕੌਨਵੇ ਲੈਗਜ਼ਿੰਗਟਨ ਕੰਟਕੀ ਤੋਂ ਆ। 30 ਸਾਲਾਂ ਦੀ ਟਰੱਕਿੰਗ ਵੈਟਰਨ ਆ ਤੇ ਨਾਨ ਪ੍ਰੋਫਿਟ ਰਨ ਕਰਦੀ ਹੈਗੀ ਟਰੱਕਸ ਵਿਦ ਰੂਮ ਟੂ ਸਪੇਅਰ। ਤੇ ਉਹ ਕਹਿੰਦੇ ਵੀ ਕਾਫੀ ਰਿਲੀਫ ਆਰਗੇਨਾਈਜੇਸ਼ਨਸ ਨਾਲ ਕੰਮ ਕਰਦੀ ਆ, ਇਨਕਲੂਡਿੰਗ CN ਸਪਲਾਈ। ਤੇ ਸੋ ਉਹਦੇ ਜਿਹੜੇ ਟਰੱਕਸ ਹੈਗੇ ਉਹਨਾਂ ਦੀ ਕੰਪਨੀ ਦੇ ਫੂਡ ਜਾਂ ਹੋਰ ਵੀ ਜਿੰਨੀਆਂ ਵੀ ਸਪਲਾਈਜ਼ ਆ ਉਹ ਲੈ ਕੇ ਇਸ ਏਰੀਏ ਦੇ ਵਿੱਚ ਉਹ ਆਪਣੀ ਜੋ ਵੀ ਆ ਸੇਵਾ ਉਹ ਕਰਨਗੇ। ਬਿਲਕੁਲ। ਸੋ ਬੜਾ ਹੀ ਕਹਿ ਲਓ ਵੀ ਖਤਰਨਾਕ ਮੰਜ਼ਰ ਜਿਹੜਾ ਬਣਿਆ ਪਿਆ ਆ। ਇਹ ਬੜਾ ਸਲੋ ਮੂਵਿੰਗ ਹਰੀਕੇਨ ਆ। ਸੋ ਹੌਲੀ ਹੌਲੀ ਇਸਨੇ ਫਲੋਰੀਡਾ ਦੇ ਇਲਾਕੇ 'ਚੋਂ ਲੰਘਦੇ ਹੋਏ ਇੱਕ ਵਾਰੀ ਫੇਰ ਅਟਲਾਂਟਿਕ ਓਸ਼ਨ 'ਚ ਜਾਣਾ ਆ ਤੇ ਉਸ ਤੋਂ ਬਾਅਦ ਦੁਬਾਰਾ ਜੈਕਸਨ ਵਾਲੇ ਪਾਸੇ ਕੁਛ ਦਿਨਾਂ ਬਾਅਦ ਉਹਨੇ ਦੁਬਾਰਾ ਹਿੱਟ ਕਰਨਾ ਆ। ਸੋ ਇਹ ਦੋਹਰੀ ਤੀਹਰੀ ਮਾਰ ਜਿਹੜੀ ਹਰੀਕੇਨ ਨਾ ਉਹ ਕਰਦਾ ਹੋਇਆ ਜਾਊਗਾ। ਸੋ ਪ੍ਰਬੰਧ ਇਹਨਾਂ ਨੇ ਆਪਣੇ ਵੱਲੋਂ ਪੂਰੇ ਕਰ ਰੱਖੇ ਆ, ਕੀਤੇ ਆ। 25 ਲੱਖ ਲੋਕ, 2.5 ਮਿਲੀਅਨ ਲੋਕ ਜਿਹੜੇ ਆ ਉਹ ਉਹਨਾਂ ਨੂੰ ਇਵੈਕੂਏਸ਼ਨ ਆਰਡਰਸ ਦੇ ਅਧੀਨ ਨੇ। ਉਹਨਾਂ ਨੂੰ ਕਿਹਾ ਗਿਆ ਸੀਗਾ ਵੀ ਤੁਸੀਂ ਆਪੋ ਆਪਣੀਆਂ ਥਾਵਾਂ ਨੂੰ ਛੱਡ ਕੇ ਇਵੈਕੂਏਟ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਿਹੜਾ ਉਹ ਜਾਓ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਫੈਡਰਲ ਤੇ ਸਟੇਟ ਦੋਨੋਂ ਹੀ ਜਿਹੜੀਆਂ ਮਿਲ ਕੇ ਇਸ ਦੇ ਵਿੱਚ ਆਪਸੀ ਮਨਮੁਤਾਬ ਜਿਹੜੇ ਹਟਾ ਕੇ ਗਵਰਨਰ ਡਿਸੈਂਟਸ ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਦੇ ਲਈ ਮੋਹਰੇ ਹੋ ਕੇ ਜਿਹੜੇ ਇਸ ਦੇ ਵਿੱਚ ਇੱਕ ਦੂਜੇ ਨਾਲ ਹੱਥ ਜੋੜ ਕੇ ਜਿਹੜੀ ਮਦਦ ਆ ਉਹ ਕਰਾਂਗੇ। ਸੋ ਹੋਪਫੁਲੀ ਜਿਹੜਾ ਆ ਉਹ ਸਥਿਤੀ ਜਿਹੜੀ ਅੱਗੇ ਦੇ ਨਾਲ ਉਹ ਬੈਟਰ ਹੋਵੇ। ਹੁਣ ਰੈਸਕਿਊ ਐਫਰਟਸ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਤੇ ਰਮਨ ਜੀ ਜਿਹੜਾ ਉਹ ਜ਼ੋਰ ਆ ਉਹ ਚੱਲੇਗਾ। ਸੋ ਔਨ ਪ੍ਰੋਗਰਾਮ ਦੇ ਵਿੱਚ ਤੇ ਅੱਜ ਪੂਰਾ ਦਿਨ ਵੀ ਆਪਾਂ ਤੁਹਾਨੂੰ ਫਲੋਰੀਡਾ ਦੇ ਹਰੀਕੇਨ ਦੇ ਬਾਰੇ ਅਪਡੇਟਸ ਆ ਉਹ ਤੁਹਾਨੂੰ ਆਪਾਂ ਕਰਦੇ ਰਹਾਂਗੇ। ਤੇ ਰਮਨ ਜੀ, ਟਰੱਕਿੰਗ ਦੇ ਨਾਲ ਜੇ ਆਪਾਂ ਗੱਲਬਾਤ ਕਰਦੇ ਜਾਈਏ, ਜਦੋਂ ਇੱਦਾਂ ਦੀਆਂ ਕੁਦਰਤੀ ਆਫਤਾਂ ਆਉਂਦੀਆਂ ਯੂਜਲੀ FMCSA HOS ਦੇ ਜਿਹੜੇ ਰੂਲਸ ਆ ਉਹਨਾਂ ਨੂੰ ਕਹਿੰਦੀ ਹੁੰਦੀ ਆ ਵੀ ਤੁਸੀਂ ਕੋਈ ਗੱਲ ਨਹੀਂ ਛੱਡੋ ਸਮਾਨ ਇੱਧਰੋਂ ਉੱਧਰ ਜਿਹੜੇ ਉਹ ਲੈ ਕੇ ਜਾਇਆ ਜਾਂਦਾ ਹੁੰਦਾ ਆ। ਜੀ ਬਿਲਕੁਲ। ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਵੇਵਰਸ ਹੁੰਦੇ ਆ ਉਹ ਲਾਗੂ ਹੋ ਜਾਂਦੇ ਆ। ਔਰ ਜਿੱਦਾਂ ਕਿ ਆਮ ਦੇ ਨਾਲ ਹੋਇਆ ਹੈਗਾ ਇਸ ਵੇਲੇ ਵੀ ਫਲੋਰੀਡਾ ਦੇ ਏਰੀਆ ਦੇ ਵਿੱਚ ਜਾਂ ਇੱਧਰਲੇ ਸਾਰੇ ਏਰੀਆ ਦੇ ਵਿੱਚ ਜਿਹੜੇ ਆਵਰਸ ਆਫ ਸਰਵਿਸ
ਰੈਗੂਲੇਸ਼ਨਸ ਆ ਉਹ ਸਸਪੈਂਡ ਹੈਗੇ ਆ। ਸੋ ਮੇਕ ਸ਼ੋਰ ਜੇ ਤੁਸੀਂ ਉਸ ਏਰੀਆ 'ਚ ਹੈਗੇ ਆ ਤਾਂ ਰਿਲੀਫ ਵਰਕ ਦੇ ਵਿੱਚ ਕੰਮ ਕਰ ਰਹੇ ਆ ਤੇ ਕੋਈ ਐਸਾ ਪ੍ਰੋਡਕਟ ਲੈ ਕੇ ਜਾ ਰਹੇ ਜਿਹੜਾ ਰਿਲੀਫ ਵਰਕ ਵਿੱਚ ਕੰਮ ਕਰ ਰਿਹਾ ਹੈਗਾ ਤੇ ਡੈਫੀਨੇਟਲੀ ਤੁਹਾਡੇ ਲਈ ਉਹ ਜਿਹੜੇ ਵੇਵਰਸ ਹੈਗੇ ਆ ਉਹ ਜ਼ਰੂਰ ਤੁਸੀਂ ਉਹਨਾਂ ਦਾ ਫਾਇਦਾ ਲੈ ਸਕਦੇ ਆ। ਦੂਸਰੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਆਫਤ ਆਉਂਦੀ ਹੈ ਤਾਂ ਸਪਲਾਈ ਚੇਨ ਦੇ ਉੱਤੇ ਬਹੁਤ ਭੈੜਾ ਅਸਰ ਪੈਂਦਾ ਹੈਗਾ। ਸਪਲਾਈ ਚੇਨ ਜਿਹੜੀ ਆ ਉਹ ਡਿਸਟਰਪਟ ਹੋ ਜਾਂਦੀ ਆ। ਉਹਦੇ ਨਾਲ ਫਿਰ ਬਹੁਤ ਮਾਰਕੀਟ ਦੇ ਵਿੱਚ ਜਿਹੜਾ ਸਿਚੁਏਸ਼ਨਸ ਆ ਉਹ ਬਣਨੀਆਂ ਸ਼ੁਰੂ ਹੋ ਜਾਂਦੀਆਂ ਆ। ਕਈ ਸਿਨੈਰੀਓਜ਼ ਜਿਹੜੇ ਬਣਨੇ ਸ਼ੁਰੂ ਹੋ ਜਾਂਦੇ ਆ। ਸੋ ਇਸ ਕਰਕੇ ਜਿਹੜੀਆਂ ਸਪਲਾਈ ਚੇਨ ਆ ਜਿਹੜਾ ਕਿ ਕਾਫੀ ਦੇਰ ਤੋਂ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਸਪਲਾਈ ਚੇਨ ਇਸ਼ੂਜ਼ ਚੱਲ ਰਹੇ ਹੈਗੇ ਆ ਉਹ ਕਿਤੇ ਵੀ ਥਮਣ ਦਾ ਨਾਮ ਨਹੀਂ ਲੈ ਰਹੇ ਹੈਗੇ। ਸੋ ਹੁਣ ਵੀ ਇਹ ਜਿਹੜਾ ਸਿਚੁਏਸ਼ਨ ਹੈਗੀ ਇਹਦੇ ਵਿੱਚ ਵੀ ਜਿਹੜਾ ਕਾਫੀ ਸਪਲਾਈ ਚੇਨ ਦਾ ਇਸ਼ੂ ਆ ਉਹ ਖੜਾ ਹੋ ਸਕਦਾ ਹੈ ਕਿਉਂਕਿ ਜਿਹੜੀ ਇਸ ਵੇਲੇ ਜਿੰਨੀ ਵੀ ਪ੍ਰੋਡਿਊਸ ਦੀ ਮਾਰਕੀਟ ਹੈਗੀ ਉਹ ਸਭ US ਤੋਂ ਚੱਲਦੀ ਹੈਗੀ ਆ। ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਧਰਲੇ ਪਾਸੇ ਕਿਹੜਾ ਅਸਰ ਪੈਂਦਾ ਹੈਗਾ। ਜੀ ਜੀ ਤੇ ਆਪਾਂ ਜੇ ਹੁਣ ਇੱਧਰ ਰੈਗੂਲਰ ਟਰੱਕਿੰਗ ਦੇ ਬਾਰੇ ਗੱਲਬਾਤ ਕਰਦੇ ਜਾਈਏ ਤਾਂ ਰਮਨ ਜੀ ਸਪੌਟ ਰੇਟਸ ਵਗੈਰਾ ਮਾਰਕੀਟ ਜਿਹੜੀ ਉਹ ਕਿੱਦਾਂ ਜਿਹੜੀ ਉਹ ਚੱਲ ਰਹੀ ਆ ਤੇ ਜਿੱਦਾਂ ਤੁਸੀਂ ਕਿਹਾ ਵੀ ਇੱਦਾਂ ਦੇ ਹਰੀਕੇਨ ਆਉਣ ਦੇ ਨਾਲ ਸਪਲਾਈ ਚੇਨ ਤੇ ਵੀ ਅਸਰ ਪੈਂਦਾ ਆ ਕਿ ਆਪਾਂ ਰੇਟਸ ਦੇ ਉੱਤੇ ਵੀ ਅਸਰ ਦੇਖਾਂਗੇ ਉਹਦਾ? ਬਿਲਕੁਲ ਰੇਟਸ ਦੇ ਉੱਤੇ ਅਸਰ ਵੀ ਪੈਂਦਾ ਹੈਗਾ ਔਰ ਕਈ ਵਾਰੀ ਜਿਹੜਾ ਆ ਕਿ ਪ੍ਰੋਡਿਊਸ ਜਾਂ ਕੋਈ ਵੀ ਪ੍ਰੋਡਕਟ ਜਿਹੜਾ ਉਹ ਹੁੰਦਾ ਹੀ ਨਹੀਂ ਆ ਪਹੁੰਚ ਹੀ ਨਹੀਂ ਪਾਉਂਦਾ। ਬਾਕੀ ਜਿਹੜੀ ਆਪਾਂ ਪਿਛਲੇ ਵੀਕ ਗੱਲ ਕੀਤੀ ਸੀ ਕਿ ਜਿਹੜੇ ਆਪਣੇ ਸਪਾਟ ਰੇਟਸ ਹੈਗੇ ਆ ਜਿਹੜੇ ਆਪਣੀ ਸੈਂਟਰਲ ਵੈਲੀ ਮਾਰਕੀਟ ਜਿਹੜੀ ਹੈਗੀ ਆ ਉਹ ਪਿਛਲੇ ਵੀਕ ਤੋਂ ਸਾਫਨ ਹੋਣੀ ਸ਼ੁਰੂ ਹੋ ਗਈ ਆ। ਉਹਦੇ ਵਿੱਚ ਜਿਹੜਾ ਗਿਰਾਵਟ ਆ ਉਹ ਸ਼ੁਰੂ ਹੋ ਗਈ ਸੀਗੀ। ਇਸ ਵੀਕ ਉਹ ਜਿਹੜੀ ਗਿਰਾਵਟ ਆ ਉਹ ਉਦਾਂ ਹੀ ਰਹੀ ਆ। ਜਿਹੜੇ ਸਾਡੇ ਸੈਂਟਰਲ ਵੈਲੀ ਤੋਂ ਮੇਨ ਪ੍ਰੋਡਿਊਸ ਹੁੰਦਾ ਹੈ ਗ੍ਰੇਪ ਫਾਈਨਲ ਹੁੰਦਾ ਆ ਅਕਤੂਬਰ ਦੇ ਸਟਾਰਟਿੰਗ ਦੇ ਵਿੱਚ ਗ੍ਰੇਪਸ ਜਿਹੜੇ ਹੈਗੇ ਆ ਉਹ ਫੇਡ ਆਊਟ ਹੋਣੇ ਸ਼ੁਰੂ ਹੋ ਜਾਂਦੇ ਆ। ਸੋ ਹੁਣ ਜਿਹੜਾ ਇੱਧਰਲਾ ਏਰੀਆ ਹੈਗਾ ਉਹ ਡੈਫੀਨੇਟਲੀ ਸਾਫਨ ਹੋ ਚੁੱਕੀ ਆ ਮਾਰਕੀਟ ਕਾਫੀ ਤੇ ਜਿਹੜੇ ਆਉਣ ਵਾਲੇ ਆਵਾਜ਼ ਕੱਟ ਰਹੀ ਹੈ ਤੁਹਾਡੀ ਰਮਨ ਜੀ। ਇਸ ਦਿਨਾਂ ਦੇ ਵਿੱਚ ਉਹ ਪਿਕਅਪ ਕਰ ਜਾਂਦਾ ਹੈਗਾ। ਬੋਸਟਨ ਦੀ ਮਾਰਕੀਟ ਅਨਐਕਸਪੈਕਟਡਲੀ ਜਿਹੜੀ ਰੀਫਰ ਮਾਰਕੀਟ ਆ ਕਾਫੀ ਸਟਰੋਂਗ ਚੱਲ ਰਹੀ ਹੈਗੀ ਆ। ਉਹਦੇ ਵਿੱਚ ਇੱਕਦਮ ਉਛਾਲ ਆਇਆ ਹੈਗਾ। ਸੋ ਜਿਹੜੇ ਬੋਸਟਨ ਤੋਂ ਕੋਈ ਵੀ ਚੱਲ ਰਹੇ ਹੈਗੇ ਇਸ ਵੇਲੇ ਰੀਫਰ ਮਾਰਕੀਟ ਵਿੱਚ ਜੀ ਜੀ ਰਮਨ ਜੀ ਥੋੜੀ ਜਿਹੀ ਕਨੈਕਸ਼ਨ ਦੀ ਮੈਨੂੰ ਲੱਗਦਾ ਪ੍ਰੋਬਲਮ ਜਿਹੜੀ ਉਹ ਆ ਰਹੀ ਆ। ਸੋ ਆਵਾਜ਼ ਤੁਹਾਡੀ ਵਿੱਚ ਜਿਹੜੀ ਉਹ ਟੁੱਟ ਰਹੀ ਆ। ਮੇ ਬੀ ਆਪਾਂ ਰੀਕਨੈਕਟ ਕਰਨ ਦੀ ਕਾਲ ਨੂੰ ਜਿਹੜੀ ਉਹ ਆਪਾਂ ਕੋਸ਼ਿਸ਼ ਕਰਦੇ ਹਾਂ ਸੋ ਤਾਂ ਜੋ ਆਪਣਾ ਕਨੈਕਸ਼ਨ ਬਣਿਆ ਰਹੇ। ਤੇ ਸਰੋਤਿਓ ਤੁਸੀਂ ਵੀ ਕਿਤੇ ਜਾਇਓ ਨਹੀਂ। ਆਪਾਂ ਇਹਨਾਂ ਦੇ ਨਾਲ ਰਮਨ ਹੋਣਾ ਦੇ ਨਾਲ ਮੁੜ ਦੁਬਾਰਾ ਜਿਹੜੀ ਆ ਕਾਲ ਨੂੰ ਜਦੋਂ ਆਪਾਂ ਜੋੜਦੇ ਹਾਂ ਤੇ ਤੁਸੀਂ ਇੱਦਾਂ ਹੀ ਗੱਲਾਂ ਬਾਤਾਂ ਜਿਹੜੇ ਹੋ ਸੁਣਦੇ ਰਹਿੰਦੇ ਆ। ਤੇ ਹਰਜੋਤ ਜੀ ਆਪਾਂ ਜਿਹੜੀ ਇਸ ਚੀਜ਼ ਦੇ ਵਿੱਚ ਜਿੱਦਾਂ ਰਮਨ ਜੀ ਵੀ ਇਹ ਗੱਲਾਂ ਜਿਹੜੀਆਂ ਉਹ ਕਰ ਰਹੇ ਸੀਗੇ ਵੀ ਮਾਰਕੀਟ ਅੱਗੇ ਦੇ ਨਾਲੋਂ ਸੌਫਟ ਜਿਹੜੀ ਉਹ ਹੋ ਰਹੀ ਆ। ਸੁਣ ਉਸ ਦੇ ਵਿੱਚ ਰਮਨ ਜੀ ਆਪਣੇ ਨਾਲ ਦੁਬਾਰਾ ਜੁੜ ਚੁੱਕੇ ਆ। ਰਮਨ ਜੀ ਸੋ ਜਦੋਂ ਆਪਾਂ ਮਾਰਕੀਟ ਸੌਫਟ ਦੀ ਗੱਲ ਕਰਦੇ ਆ ਉਹਦਾ ਮਤਲਬ ਕੀ ਹੁੰਦਾ ਹੈ ਵੀ ਜੇ ਡਾਲਰਾਂ ਦੀ ਭਾਸ਼ਾ 'ਚ ਸਮਝਾਉਣਾ ਹੋਵੇ ਵੀ ਡਾਲਰ ਵੱਧ ਮਿਲਦੇ ਆ ਕਿ ਘੱਟ ਮਿਲਦੇ ਆ ਕੀ ਮਤਲਬ ਹੁੰਦਾ ਹੈ ਸੌਫਟ ਦਾ? ਨਹੀਂ ਜਦੋਂ ਆਪਾਂ ਉਦੋਂ ਕੰਮ ਘਟ ਜਾਂਦਾ ਜਿਹੜਾ ਪ੍ਰੋਡਿਊਸ ਹੈ ਜਾਂ ਜਿਹੜਾ ਵੋਲਿਊਮ ਹੈਗੀ ਆ ਫਰੇਟ ਵੋਲਿਊਮ ਹੈਗੀ ਆ ਉਹ ਘਟ ਜਾਂਦੀ ਆ ਤੇ ਉਹਦੇ ਨਾਲ ਮਾਰਕੀਟ ਸੌਫਟ ਮਾਰਕੀਟ ਸਲੋ ਡਾਊਨ ਆ ਜਾਂਦਾ ਹੈ ਫਿਰ ਉਹਦੇ ਵਿੱਚ। ਠੀਕ ਹੈ। ਸੋ ਬਿਲਕੁਲ ਇਦਾਂ ਹੀ ਸੋ ਅਜੇ ਵੀ ਜੀ ਜੀ ਰਮਨ ਜੀ ਕਹਿੰਦੇ ਟਰੱਕਿੰਗ ਜਿਹੜੀ ਆ ਉਹ ਇਨਫਲੇਸ਼ਨ ਵਾਲੇ ਚੱਕਰ 'ਚ ਕਹਿੰਦੇ ਪਈ ਜੋ ਫੈਡ ਦੀ ਵਾਰ ਆ ਫੈਡਰਲ ਰਿਜ਼ਰਵ ਬੋਰਡ ਦੀ ਇਨਫਲੇਸ਼ਨ ਦੇ ਉੱਤੇ ਸੋ ਉਹਦੇ ਕ੍ਰਾਸ ਫਾਇਰ ਦੇ ਵਿੱਚ ਵੀ ਆ ਗਈ ਆ। ਸੋ ਰੇਟ ਹਾਈਕਸ ਜਿਹੜੇ ਇੰਟਰਸਟ ਰੇਟ ਹੋਣੇ ਆ ਉਹ ਡਬਲ ਡਾਊਨ ਆ ਟਰੱਕ ਲੋਡ ਡਿਮਾਂਡ ਦੇ ਲਈ। ਕਹਿੰਦੇ ਸੰਨ 2023 ਦੇ ਵਿੱਚ ਜੋ ਟਰੱਕ ਲੋਡ ਦੀ ਡਿਮਾਂਡਸ ਆ ਉਹ ਘਟੂਗੀ ਖਾਸ ਕਰਕੇ ਜੋ ਰੀਟੇਲ ਵਾਲੀ ਸਾਈਡ ਹੈਗੀ ਜੀ। ਡੈਫੀਨੇਟਲੀ ਰੀਟੇਲ ਦੇ ਨਾਲ ਹਰਜੋਤ ਭਾਜੀ ਹਰ ਇੱਕ ਪਾਸੇ ਹੀ ਜਿਹੜੀ ਆ ਡਿਮਾਂਡ ਘਟੂਗੀ ਕਿਉਂਕਿ ਜਿਹੜਾ ਰੇਟ ਹਾਈਕਸ ਹੈਗਾ ਉਹਦੇ ਨਾਲ ਸਪੈਂਡਿੰਗ ਘਟ ਜਾਂਦੀ ਆ ਘਰਾਂ ਦੇ ਰੇਟਸ ਵੱਧ ਜਾਂਦੇ ਆ ਕੰਸਟਰਕਸ਼ਨ ਮਹਿੰਗੀ ਹੋ ਜਾਂਦੀ ਹੈ ਕੰਸਟਰਕਸ਼ਨ ਘੱਟ ਹੋ ਜਾਂਦੀ ਹੈ। ਸੋ ਸਾਰਾ ਕੁਝ ਮਟੀਰੀਅਲ ਟਰੱਕਸ ਨੇ ਹੀ ਆਲ ਕਰਨਾ ਹੈਗਾ। ਜੇ ਕੰਸਟਰਕਸ਼ਨ ਘਟ ਗਈ ਜਾਂ ਘਰ
ਗਏ ਜਾਂ ਤੁਹਾਡਾ ਲੋਕਾਂ ਨੇ ਸਮਾਨ ਆਰਡਰ ਕਰਨਾ ਘੱਟ ਕਰਤਾ, ਐਵਰੀਥਿੰਗ ਜਿਹੜੀ ਆ ਉਹ ਸਾਰੀ ਅਲਟੀਮੇਟਲੀ ਟਰੱਕਿੰਗ ਤੇ ਹੀ ਅਸਰ ਪਾਉਣਾ ਹੈਗਾ ਉਹਨੇ। ਸੋ ਯਾ ਡੈਫੀਨਿਟਲੀ ਇਹ ਜਿਹੜਾ ਚੀਜ਼ ਹੈਗੀ ਆ, ਇਹ ਇੱਕ ਤਾਂ ਮਨੀ ਮਹਿੰਗੀ ਹੋ ਰਹੀ ਹੈ ਨਹੀਂ, ਤੇ ਦੂਜੀ ਉੱਤੋਂ ਜਿਹੜਾ ਹੈਗਾ ਕਿ ਇਹ ਜਿਹੜਾ ਘਟ ਰਿਹਾ ਹੈ ਜੀ ਬਿਲਕੁਲ। ਸੋ ਕਹਿੰਦੇ ਪਏ ਇੰਟਰਸਟ ਰੇਟ ਇਨਕਰੀਜ਼ ਕਰਨ ਕਿ ਦਾ ਆਪ ਜੀ ਮੇਨ ਕਾਰਨ ਹੀ ਇਹ ਆ ਵੀ ਜੋ ਡਿਮਾਂਡ ਆ ਸਮਾਨ ਦੀ, ਗੁਡਸ ਦੀ, ਉਹ ਘਟ ਜਾਏ ਤੇ ਇੰਟਰਸਟ ਰੇਟ ਵਧਣ, ਕਿਉਂਕਿ ਕੀਮਤਾਂ ਵੱਧ ਜਾਣੀਆਂ, ਉਹਦੇ ਨਾਲ ਫਿਰ ਜੋ ਸਾਰਾ ਸਮਾਨ ਯੂਜ਼ ਹੁੰਦਾ, ਆਪਾਂ ਦੇਖਦੇ ਸੀ ਧੜਾ ਧੜ ਕਿੱਦਾਂ ਕੰਸਟਰਕਸ਼ਨ ਹੋ ਰਹੀ ਆ ਕਿੱਦਾਂ ਹੁਣ, ਪਰ ਅੱਜ ਕੱਲ੍ਹ ਵਾਲਮਾਰਟ ਜਾਂ ਹੋਰ ਕਿੰਨੇ ਰੀਟੇਲ ਵਾਲੇ ਰਾਜਕਨਵੀਰ ਸਿੰਘ ਜੀ ਸਟੋਰ ਆਪਾਂ ਦੇਖਦੇ ਕਿੱਦਾਂ ਭਰੇ ਪਏ ਆ। ਇੱਕ ਟਾਈਮ ਦੇ ਉੱਤੇ ਤੁਸੀਂ ਜਾਓ ਸ਼ੈਲਫਸ ਖਾਲੀ ਸੀਗੀਆਂ। ਯਾ ਸੋ ਸਪਲਾਈ ਉਦੋਂ ਸੀਗੀ ਨਹੀਂ, ਉਦੋਂ ਇਹਨਾਂ ਨੇ ਆਰਡਰ ਜ਼ਿਆਦਾ ਕਰ ਲਏ ਤੇ ਹੁਣ ਹਰਜੋਤ ਜੀ ਇਹ ਹੋ ਗਿਆ ਵੀ ਡਿਮਾਂਡ ਇੰਨੀ ਜਿਹੜੀ ਆ ਉਹ ਨਹੀਂ ਰਹੀ ਤੇ ਸਪਲਾਈ ਜਿਹੜੀ ਹੁਣ ਸਰਪਲਸ ਜਿਹੜੀ ਉਹ ਹੋਈ ਪਈ ਆ। ਸੋ ਓਬਵੀਅਸਲੀ ਉਸ ਸਾਰੇ ਦਾ ਜਿਹੜਾ ਅਸਰ ਆ ਇਹ ਰਹਿੰਦਾ ਆ। ਬਾਕੀ ਜਿਹੜਾ ਸਵਾਲ ਪੁੱਛ ਰਹੇ ਨੇ ਹਰਭੁਪਿੰਦਰ ਹੁਣੀ ਵੀ ਕਿੰਨਾ ਚਿਰ ਇਹਦੇ ਵਿੱਚ ਡਰਾਈਵ ਕੀਤਾ ਜਾ ਸਕਦਾ ਆ ਐਮਰਜੈਂਸੀ ਡਰਾਈਵਿੰਗ ਆਵਰਸ ਦੇ ਵਿੱਚ। ਇਹ FMCSA ਦੀ ਜਿਹੜੀ ਵੈਬਸਾਈਟ ਹੁੰਦੀ ਆ, ਜਿਹੜੀ ਉਹਨਾਂ ਨੇ ਰੀਜਨਲ ਡੈਕਲੇਰੇਸ਼ਨ ਜਿਹੜੀ ਉਹ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਕਲੀਅਰ ਜਿਹੜਾ ਉਹ ਕੀਤਾ ਹੁੰਦਾ ਆ। ਰਾਈਟ ਨਾਓ ਐਲਾਬਾਮਾ, ਫਲੋਰੀਡਾ, ਜਾਰਜੀਆ, ਕੈਂਟਕੀ, ਮਿਸਿਸਿਪੀ, ਨਾਰਥ ਕੈਰੋਲੀਨਾ, ਸਾਊਥ ਕੈਰੋਲੀਨਾ ਤੇ ਟੈਨੇਸੀ, ਇਹਨਾਂ ਦੇ ਉੱਤੇ ਜਿਹੜਾ ਰੀਜਨਲ ਐਮਰਜੈਂਸੀ ਡੈਕਲੇਰੇਸ਼ਨ ਉਹਨਾਂ ਨੇ ਡਿਕਲੇਅਰ ਕੀਤੀ ਆ। ਸੋ ਬਾਕੀ ਹੋਰ ਪਾਸੇ ਨਹੀਂ, ਇਹਨਾਂ ਸੂਬਿਆਂ ਦੇ ਵਿੱਚ ਹੀ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ, ਉਹਦੇ ਵਿੱਚ ਰਿਸਟ੍ਰਿਕਸ਼ਨਸ ਵਗੈਰਾ ਉਹ ਸਾਰੀਆਂ ਉਸ ਦੇ ਆਧਾਰ ਦੇ ਉੱਤੇ ਜਿਹੜੀਆਂ ਉਹਨਾਂ ਨੇ ਰੱਖੀਆਂ ਆ। ਕੁਛ ਐਗਜ਼ੈਂਪਸ਼ਨਸ ਜਿਹੜੀਆਂ ਇਸ ਦੇ ਵਿੱਚ ਉਹਨਾਂ ਨੇ ਜਿਹੜੀਆਂ ਉਹ ਲਗਾਈਆਂ ਨੇ। ਸੋ ਜੇ ਤੁਸੀਂ ਇਹਨਾਂ ਸੂਬਿਆਂ ਦੇ ਵਿੱਚ ਹੈਗੇ ਆ ਤੇ ਆਈ ਥਿੰਕ ਫਿਰ ਤੁਸੀਂ ਇਹ ਕੰਡੀਸ਼ਨਸ ਨੂੰ ਮੀਟ ਕਰਦੇ ਆ ਤਾਂ ਫਿਰ ਤੁਹਾਨੂੰ ਉਹ ਜਿਹੜੀਆਂ ਐਗਜ਼ੈਂਪਸ਼ਨਸ ਐਮਰਜੈਂਸੀ ਡੈਕਲੇਰੇਸ਼ਨ ਦੇ ਅਧੀਨ ਦਿੱਤੀਆਂ ਜਾਣਗੀਆਂ। ਜਿੱਦਾਂ ਕੋਵਿਡ ਦੇ ਵਿੱਚ ਤਾਂ ਉਹਨਾਂ ਨੇ ਨੇਸ਼ਨ ਵਾਈਡ ਹੀ ਜਿਹੜਾ ਆ ਉਹ ਕਰ ਦਿੱਤਾ ਸੀਗਾ। ਜੀ ਬਿਲਕੁਲ। ਆਪਾਂ ਖਾਸ ਕਰਕੇ ਜਿਹੜੇ ਫਲੋਰੀਡਾ ਨੂੰ ਟਰੱਕਰਸ ਜਾ ਰਹੇ ਪਿਛਲੇ 2-3 ਦਿਨਾਂ ਤੋਂ, ਆਪਾਂ ਸਾਰਿਆਂ ਨੂੰ ਇੱਕ ਤਰ੍ਹਾਂ ਦੇ ਨਾਲ ਦੱਸਦੇ ਵੀ ਆਏ ਆ ਵੀ ਭਾਈ ਉਸ ਏਰੀਏ ਜਾਣ ਤੋਂ ਬਚੋ, ਵੀ ਬਹੁਤ ਵੱਡਾ ਉੱਥੇ ਤੂਫਾਨ ਆਇਆ ਆ, ਹਰੀਕੇਨ ਆਏ, ਤੇ ਜੇ ਕੋਈ ਫਸਿਆ ਵੀ ਆ ਤੇ ਜਰੂਰ ਸਾਨੂੰ ਦੱਸਿਓ ਕਾਲ ਕਰਕੇ। ਤੇ ਹੋਰ ਵੀ ਜੇ ਕਿਸੇ ਭੈਣ ਭਰਾ ਨੂੰ ਕੁਐਸਚਨ ਹੈਗਾ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ, ਤੇ ਤੁਸੀਂ ਕਾਲ ਕਰ ਸਕਦੇ ਹੋ 408-272-5200 408-272-5200। ਜੀ ਬਿਲਕੁਲ। ਸੋ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਸਵਾਲ ਜਵਾਬ ਜਿਹੜੇ ਆ ਉਹ ਡੈਫੀਨਿਟਲੀ ਜਿਹੜੇ ਉਹ ਪੁੱਛ ਸਕਦੇ ਆ। ਤੇ ਨੰਬਰ 408-272-5200। ਇੱਕ ਜਿਹੜੀ ਹਰਜੋਤ ਸਿੰਘ ਜੀ ਟਰੱਕਿੰਗ ਵਾਲਿਆਂ ਦੇ ਨਾਲ ਜਿਹੜੀ ਇਸੇ ਨਾਲ ਖਬਰਾਂ ਜਿਹੜੀਆਂ ਇਹੀ ਆ ਰਹੀਆਂ, ਕਹਿੰਦੇ ਵੀ ਰਾਈਟ ਨਾਓ ਜਿਹੜੇ ਟਰੱਕਰਸ ਆ ਉਹ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਨੇ ਵੀ ਜਿੱਦਾਂ ਹੀ ਜਦੋਂ ਹੀ ਉਹਨਾਂ ਦੀ ਆਵਾਜ਼ ਉਹਨਾਂ ਨੂੰ ਲੱਗੀ ਵੀ ਹਰੀਕੇਨ ਦੇ ਲਈ ਲੋਕਾਂ ਨੂੰ ਜਿਹੜੇ ਰਾਹਤ ਚਾਹੀਦੀ ਆ, ਤੇ ਅਸੀਂ ਜਿਹੜੇ ਕਹਿੰਦੇ ਵੀ ਪੂਰੀ ਤਰ੍ਹਾਂ ਤਿਆਰ ਬੈਠੇ ਆ। ਸੋ ਜਦੋਂ ਹੀ ਆਵਾਜ਼ ਲਗਾਓਗੇ ਤਾਂ ਅਸੀਂ ਤੁਹਾਡੇ ਕੋਲ ਜਿਹੜਾ ਉਹ ਪਹੁੰਚਾਂਗੇ, ਤੇ ਜਿਹੜਾ ਵੀ ਸਮਾਨ ਇੱਧਰੋਂ ਉੱਧਰ ਪਹੁੰਚਾਉਣਾ ਆ ਫਲੋਰੀਡਾ ਦੇ ਵਿੱਚ, ਖਾਸ ਕਰਕੇ ਜਿਹੜੇ ਲੋਕਾਂ ਨੂੰ ਇਸ ਟਾਈਮ ਜ਼ਰੂਰਤ ਆ ਉਹਨਾਂ ਨੂੰ ਜਿਹੜਾ ਆ ਉਹ ਆਪਾਂ ਨਾਲ ਦੇ ਨਾਲ ਹੀ ਉੱਥੇ ਪਹੁੰਚਾ ਦੇਵਾਂਗੇ। ਜੀ ਬਿਲਕੁਲ ਜੀ ਰਮਨ ਜੀ। ਆਲਵੇਜ਼ ਟਰੱਕਿੰਗ ਜਿਹੜੀ ਆ ਅਵੇਲੇਬਲ ਰਹਿੰਦੀ ਹੈ ਇਹੋ ਜਿਹੇ ਮੌਕਿਆਂ ਦੇ ਉੱਤੇ, ਇਹੋ ਜਿਹੇ ਟਾਈਮ ਦੇ ਉੱਤੇ ਹੈਲਪ ਕਰਨ ਵਾਸਤੇ ਰੈਡੀ। ਹਰ ਇੱਕ ਨੂੰ ਇਹ ਵੀ ਹੁੰਦੀ ਆ ਜ਼ਰੂਰ ਅੱਗੇ ਆਇਆ ਕਰੋ, ਟਰੱਕਰ ਦੀ ਹੈਲਪ ਕਰਿਆ ਕਰੋ। ਜੀ ਬਿਲਕੁਲ। ਸਾਰੇ ਸਰੋਤਿਆਂ ਨੂੰ ਯਾਦ ਹੀ ਆ ਵੀ ਪਿਛਲੇ ਸਾਲਾਂ ਦੇ ਵਿੱਚ ਜਦੋਂ ਤੂਫਾਨ ਆਏ, ਚਾਹੇ ਉਹ ਲੂਜ਼ੀਆਨਾ ਦੇ ਵਿੱਚ ਸੀ, ਚਾਹੇ ਉਹ ਟੈਕਸਸ ਦੇ ਵਿੱਚ ਵੀ, ਆਪਣੀ ਪੰਜਾਬੀ ਕਮਿਊਨਿਟੀ ਖਾਸ ਕਰਕੇ ਟਰੱਕਰਸ, ਟੈਕਸਸ ਦੇ ਵਿੱਚ ਤਾਂ 40 ਤੋਂ ਲੈ ਕੇ 45 ਦੇ ਕਰੀਬ ਟਰੱਕ ਸਮਾਨ ਭਰ ਕੇ, ਗਰੋਸਰੀ ਦਾ, ਕੰਬਲ, ਹੋਰ ਜੋ ਵੀ ਸਮਾਨ ਚਾਹੀਦਾ, ਸੈਨੇਟਰੀ, ਸਾਰਾ ਕੁਛ ਆਪਣੇ ਪੰਜਾਬੀ ਵੱਖ-ਵੱਖ ਸੂਬਿਆਂ ਤੋਂ ਲੈ ਕੇ ਗਏ ਸੀ। ਆਪਣੇ ਕੈਪਟਨ ਸੰਦੀਪ ਢਾਲੀਵਾਲ ਹੋਣੀ ਅੱਗੇ ਹੋ ਕੇ ਨਾਲ ਲੈ ਕੇ ਜਾਂਦੇ ਸੀ। ਉਹ ਵਿਚਾਰੇ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦਾ ਵੀ ਜਿਹੜੀ ਵਰਸੀ ਸੀਗੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਯਾਦ ਕੀਤਾ ਹੈਗਾ ਉਹਨਾਂ ਨੂੰ। ਸੋ ਉਹਦੇ ਬਾਰੇ ਜੇ ਕੋਈ ਵੀ ਅਪਡੇਟ ਕਿਸੇ ਨੇ ਉੱਥੇ ਲੈ ਕੇ ਜਾਣਾ ਹੋਇਆ ਸਮਾਨ, ਜਾਂ ਕੋਈ ਆਪਣਾ ਭੈਣ ਭਰਾ ਕੋਸ਼ਿਸ਼ ਕਰਦਾ ਹੋਇਆ, ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ, ਤਾਂ ਕਿ ਆਪਾਂ ਪੰਜਾਬੀ ਰੇਡੀਓ USA ਤੇ ਹੋਰਨਾਂ ਦੇ ਨਾਲ
ਤੁਹਾਡੇ ਜਿਹੜੇ ਵਿਚਾਰ ਉਹ ਸਾਂਝੇ ਕਰ ਲਾਂਗੇ ਤੇ ਰਲ ਮਿਲ ਕੇ ਜਿਹੜੀ ਆ ਮਦਦ ਉਹ ਕਰੀਏ ਆਪਾਂ ਜੀ। ਮਦਦ ਕਰ ਸਕਦੇ ਹਾਂ। ਜੀ ਬਿਲਕੁਲ, ਤੇ ਇੱਦਾਂ ਕਰਦੇ ਹਾਂ ਆਪਾਂ ਇੱਕ ਬ੍ਰੇਕ ਲੈਂਦੇ ਹਾਂ ਹਰਜੋਤ ਜੀ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ, ਤੇ ਹੋਪਫੁਲੀ ਇਹ ਜਿਹੜੇ ਕਨੈਕਸ਼ਨ ਦਾ ਇਸ਼ੂ ਆ ਰਿਹਾ ਰਮਨ ਹੋਣਾ ਦੇ ਨਾਲ, ਉਸ ਨੂੰ ਆਪਾਂ ਸੋਲਵ ਕਰ ਸਕੀਏ। ਇਸ ਤੋਂ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸੋ ਹੋਪਫੁਲੀ ਕਨੈਕਸ਼ਨ ਜਿਹੜਾ ਇਸ ਵਾਰ ਠੀਕ ਜਿਹੜਾ ਹੋ ਰਵੇ। ਸੋ ਗੱਲਾਂ ਬਾਤਾਂ ਰਮਨ ਜੀ ਆਪਾਂ ਸਪੌਟ ਰੇਟਸ ਦੀਆਂ ਉਹ ਸਾਰਾ ਕੁਛ ਜਿਹੜਾ ਉਹ ਚੱਲ ਰਹੇ ਸੀ। ਥੋੜ੍ਹਾ ਜਿਹਾ ਪ੍ਰਾਈਸਿਸ ਗੈਸ ਦੇ ਥੱਲੇ ਆਏ ਸੀਗੇ, ਪਰ ਹੁਣ ਅਚਾਨਕ ਦੁਬਾਰਾ ਜਿਹੜੇ ਪ੍ਰਾਈਸਿਸ ਆ ਉਹ ਵਧਣੇ ਸ਼ੁਰੂ ਹੋ ਚੁੱਕੇ ਆ। ਸੋ ਉਸ ਦਾ ਆਪਾਂ ਕਿੱਦਾਂ ਦਾ ਅਸਰ ਦੁਬਾਰਾ ਇਸ ਮਾਰਕੀਟ ਦੇ ਉੱਤੇ ਦੇਖਾਂਗੇ? ਲੋਕਾਂ ਦੇ ਜਿਹੜਾ ਮਾੜਾ ਮੋਟਾ ਵਿੱਚ ਜੇ ਕਿਤੇ ਪ੍ਰੋਫਿਟ ਕਿਸੇ ਦਾ ਕੋਈ ਬਚਿਆ ਸੀਗਾ ਵੀ ਉਹ ਫੇਰ ਹਵਾ 'ਚ ਜਾਊ। ਡੈਫੀਨੇਟਲੀ ਫਿਊਲ ਮਾਰਕੀਟ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਵਾਰੀ ਪਹਿਲਾਂ ਫਿਰ ਰੇਟ ਦੀ ਜਿਹੜੀ ਗੱਲ ਕਰ ਰਹੇ ਸੀ ਉਹਦੇ 'ਚ ਮੈਂ ਗੱਲ ਕੀਤੀ ਸੀਗੀ ਬੋਸਟਨ ਦੀ। ਐਕਚੁਅਲੀ ਬਾਲਟਿਮੋਰ ਦੀ ਜਿਹੜੀ ਰੀਫਰ ਵੋਲਿਊਮ ਹੈਗੀ ਉਹ ਕਾਫੀ ਅਪ ਜਾ ਰਹੇ ਹੈਗੇ। ਸੋ ਬਾਲਟਿਮੋਰ ਤੋਂ ਜਿਹੜਾ ਰੀਫਰ ਦਾ ਕੰਮ ਕਰਦੇ ਹੈਗੇ ਉਹਦਾ ਰੇਟ ਜਿਹੜਾ ਕਾਫੀ ਵਧੀਆ ਚੱਲ ਰਹੇ ਹੈਗੇ ਇਸ ਵੇਲੇ। ਜੇ ਆਪਾਂ ਗੱਲ ਕਰੀਏ ਆਪਣੇ ਫਰੇਟ ਦੀ, ਆਪਣੇ ਫਿਊਲ ਕਾਸਟ ਦੀ, ਫਿਊਲ ਕਾਸਟ ਡੈਫੀਨੇਟਲੀ ਫਿਰ ਤੋਂ ਜਿਹੜੀ ਆ ਉਹ ਰਾਈਜ਼ ਵੱਲ ਨੂੰ ਚੱਲ ਪਈ ਹੈਗੀ ਆ। ਜਿਹੜਾ ਪ੍ਰੋਬਲਮ ਹੈਗੀ ਆ ਉਹ ਆ ਰਹੀ ਹੈਗੀ ਹੈ ਕਿ ਜਿਹੜੀਆਂ ਰਿਫਾਈਨਰੀਜ਼ ਹੈਗੀਆਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਜਿਹੜੀ ਇਸ਼ੂ ਚੱਲ ਰਹੇ ਹੈਗੇ ਇੱਕ ਅੱਧੀ ਜਗ੍ਹਾ ਤੇ, ਤੇ ਉਹਦੇ ਕਰਕੇ ਜਿਹੜੀ ਪ੍ਰਾਈਸਿੰਗ ਹੈਗੀ ਆ ਉਹ ਫਿਰ ਵਾਪਸ ਉੱਪਰ ਜਾਣੀ ਸ਼ੁਰੂ ਹੋ ਗਈ ਆ। ਅੱਗੇ ਵੀ ਆਪਾਂ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਆਮ ਨਾਰਮਲ ਜਿਹੜਾ ਆਪਣਾ ਹੈਗਾ ਆ ਫਿਊਲ ਹੈਗਾ ਆ ਪਰ ਬੈਰਲ ਹੈਗਾ ਕਾਫੀ ਥੱਲੇ ਆਇਆ ਹੈਗਾ, ਪਰ ਉਹਦੇ ਮੁਤਾਬਕ ਜਿਹੜੀਆਂ ਰੇਟਸ ਹੈਗੇ ਆ ਫਿਊਲ ਦੇ ਜਿਹੜੇ ਆ ਉਹ ਥੱਲੇ ਨਹੀਂ ਆ ਰਹੇ ਹੈਗੇ। ਰੀਸੈਂਟਲੀ ਹੁਣੇ ਹੀ ਕੈਲੀਫੋਰਨੀਆ ਥੋੜੀ ਬ੍ਰੇਕ ਦਿੱਤੀ ਹੈਗੀ ਆਪਣੇ ਫਿਊਲ ਦੇ ਟੈਕਸ ਦੇ ਵਿੱਚ, ਪਰ ਉਹ ਮੇਰੇ ਖਿਆਲ ਇੰਨੀ ਜ਼ਿਆਦਾ ਨਹੀਂ ਹੈਗੀ ਕੋਈ ਜ਼ਿਆਦਾ ਫਰਕ ਪਾ ਸਕੇ। ਸੋ ਡੈਫੀਨੇਟਲੀ ਫਿਊਲ ਦੀਆਂ ਪ੍ਰਾਈਸਿਸ ਜਿਹੜੀਆਂ ਫਿਰ ਤੋਂ ਉੱਪਰ ਜਾਣੀ ਸ਼ੁਰੂ ਹੋ ਗਈਆਂ। ਜੀ ਤੇ ਉਤੋਂ ਜਿਹੜਾ ਹਰੀਕੇਨ ਐਨ ਆਉਣ ਦੇ ਨਾਲ ਕਿਉਂਕਿ ਰਿਫਾਈਨਰੀਜ਼ ਬਹੁਤ ਨੇ ਈਸਟ ਕੋਸਟ ਵਾਲੇ ਪਾਸੇ, ਬਹੁਤ ਸਾਰਾ ਕੰਮ ਠੱਪ ਹੋ ਜਾਂਦਾ ਆ। ਰਿਫਾਈਨਰੀਜ਼ ਜਿਹੜੀ ਉਹ ਕੰਮ ਕਰਨਾ ਜਿਹੜਾ ਉਹ ਬੰਦ ਹੁੰਦਾ ਆ, ਤੇ ਫਿਰ ਇੱਧਰ ਓਬਵੀਅਸਲੀ ਤੇਲ ਪਹੁੰਚਣਾ ਆ ਉਹ ਘਟੂਗਾ, ਤੇ ਆਪਾਂ ਨੂੰ ਵੈਸਟ ਕੋਸਟ ਦੇ ਉੱਤੇ ਵੀ ਇਸ ਦੀ ਜਿਹੜਾ ਪਿੰਚ ਆ ਉਹ ਨਜ਼ਰ ਹੋਰ ਆਊਗਾ। ਸੋ ਆਲਰੇਡੀ ਜਿਹੜਾ ਸ਼ਿਕੰਜਾ ਕੱਸਿਆ ਜਾ ਰਿਹਾ ਆ, ਤੇ ਉਹ ਨਕੇਲ ਜਿਹੜੀ ਕਹਿੰਦੇ ਵੀ ਹੋਰ ਕੱਸ ਹੋ ਸਕਦੀ ਆ, ਖਾਸ ਕਰਕੇ ਤੇਲ ਦੇ ਜਿਹੜੇ ਉਹ ਮਾਮਲੇ 'ਚ ਉਸ ਨੂੰ ਲੈ ਕੇ। ਤੇ ਸਰੋਤੋ ਜੇ ਤੁਹਾਡੇ ਵੀ ਟਰੱਕਿੰਗ ਸੰਬੰਧਿਤ ਕੋਈ ਸਵਾਲ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ। ਰਮਨ ਜੀ ਇੱਕ ਚੀਜ਼ ਇਹ ਪਹਿਲੋਂ ਵੀ ਦੇਖੀ ਗਈ ਸੀ ਤੇ ਹੁਣ ਵੀ ਇਹ ਹੋ ਜਾਂਦੀ ਆ, ਖਾਸ ਕਰਕੇ ਜਦੋਂ FMCSA ਦੇ ਦੁਆਰਾ ਐਮਰਜੈਂਸੀ ਵੇਵਰਸ ਇਹੋ ਜਿਹੇ ਮੌਕਿਆਂ ਦੇ ਉੱਤੇ ਦਿੱਤੇ ਜਾਂਦੇ ਆ, ਕਈ ਲੋਕ ਇਸ ਦਾ ਗਲਤ ਫਾਇਦਾ ਵੀ ਚੱਕਣ ਦੀ ਕੋਸ਼ਿਸ਼ ਕਰਦੇ ਆ ਵੀ ਮੇਰਾ ਲੋਡ ਵੀ ਇਹਦੇ ਵਿੱਚ ਆਉਂਦਾ ਆ, ਇੱਦਾਂ ਆ ਉੱਦਾਂ ਆ। ਜੇ ਰੱਬ ਨਾ ਕਰੇ ਕੋਈ ਇੱਦਾਂ ਕਰਦਾ ਆ, ਚਲਾਕੀ ਕਰਦਾ, ਜਦੋਂ ਫੜ ਹੋ ਜਾਂਦਾ ਆ, ਉਹਦੇ ਨਾਲ ਕਿੱਦਾਂ ਦੀ ਕਾਰਵਾਈ FMCSA ਜਾਂ DOT ਵਾਲੇ ਜਿਹੜੇ ਉਹ ਕਰ ਸਕਦੇ ਆ? ਦੇਖੋ ਉਹਦੀ ਰੈਗੂਲਰ ਟਿਕਟ ਹੈਗੀ ਆ ਜਿਹੜੀ ਨਾਰਮਲ ਤੇ ਲੌਗਬੁੱਕ ਟਿਕਟ ਮਿਲਦੀ ਹੈਗੀ ਆ ਜਦੋਂ ਤੁਸੀਂ ਲੌਗਬੁੱਕ ਵਾਇਓਲੇਸ਼ਨ ਕਰਦੇ ਹੈਗੇ ਆ। ਸੋ ਜੇ ਤੁਹਾਡੀ ਤੁਸੀਂ ਉਸ ਕੈਟੇਗਰੀ 'ਚ ਨਹੀਂ ਆਉਂਦੇ ਜਿੱਥੇ ਤੁਸੀਂ ਹਰੀਕੇਨ ਦੀ ਸਪਲਾਈ ਦੇ ਵਿੱਚ ਹੈਲਪ ਕਰ ਰਹੇ ਹੈਗੇ ਜਾਂ ਉਹਨਾਂ ਸਟੇਟ ਦੇ ਵਿੱਚ ਹੈਗੇ ਜਿੱਥੇ ਇਹ ਐਮਰਜੈਂਸੀ ਵੇਵਰ ਦਿੱਤਾ ਗਿਆ ਹੈਗਾ, ਤੇ ਹੁਣ ਤੁਸੀਂ ਹੋਰ ਵੀ ਕਿਸੇ ਸਟੇਟ ਦੇ ਵਿੱਚ ਇਹ ਸੋਚ ਕੇ ਚਲੀ ਜਾਓਗੇ ਤੁਹਾਡੇ ਕੋਲ ਵੀ ਉਹ ਵੇਵਰ ਹੈਗਾ ਆ, ਪਰ ਉਹ ਵੇਵਰ ਜਿਹੜਾ ਉਹ ਉਹਨਾਂ ਦੇ ਵਿੱਚ ਹੀ ਲਾਗੂ ਹੁੰਦਾ ਆ, ਉਸ ਏਰੀਏ 'ਚ ਹੀ ਲਾਗੂ ਹੁੰਦਾ ਹੈ। ਇਸ ਕਰਕੇ ਡੈਫੀਨੇਟਲੀ ਧਿਆਨ ਰੱਖੋ ਤੇ ਜਿਹੜੀ ਟਿਕਟ ਹੈਗੀ ਆ ਉਹ ਆਪਣੀ ਲੌਗਬੁੱਕ ਵਾਇਓਲੇਸ਼ਨ ਦੀ ਹੀ ਮਿਲੇਗੀ। ਸੋ ਉਸ ਤੋਂ ਬਿਨਾਂ ਨਹੀਂ ਇਹ ਹੁੰਦੀ ਕਿ ਤੁਸੀਂ ਕੋਈ ਉਸ ਤਰ੍ਹਾਂ ਦਾ ਕੰਮ ਕਰ ਰਹੇ ਹੈਗੇ। ਸੋ ਲੌਗਬੁੱਕ ਵਾਇਓਲੇਸ਼ਨ ਦੀ ਟਿਕਟ ਜਿਹੜੀ ਆ ਉਹ ਹੀ ਹੁੰਦੀ ਹੈ। ਠੀਕ ਹੈ ਜੀ। ਇੱਕ ਖਬਰ ਰਮਨ ਜੀ ਹਰਜੋਤ ਜੀ ਆ ਰਹੀ ਹੈ, ਇੱਕ ਟਰੱਕਰ ਨੂੰ 1 ਸਾਲ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਐਕਸੀਡੈਂਟ ਹੋਇਆ ਸੀ ਇਸ ਟਰੱਕ ਡਰਾਈਵਰ ਦਾ, ਪੈਡੈਸਟਰੀਅਨ ਨੂੰ ਉਸਨੇ ਹਿੱਟ ਕੀਤਾ ਸੀਗਾ ਤੇ ਬਾਅਦ ਦੇ ਵਿੱਚ ਮੌਕੇ ਤੋਂ ਉੱਥੋਂ ਦੌੜ ਗਿਆ ਸੀ। ਵਿਸਕੌਨਸਨ ਦੇ ਵਿੱਚ ਪਿਛਲੇ ਸਾਲ ਅਕਤੂਬਰ 11 ਦੀ ਜਿਹੜੀ ਇਹ ਤਰੀਕ ਆ,
ਤੇ ਅਦਾਲਤ ਨੇ ਕਿਹਾ ਆ ਵੀ ਇਹ ਜਿਹੜਾ ਛੱਡ ਕੇ ਉੱਥੋਂ ਭੱਜ ਗਿਆ, ਹਿੱਟ ਐਂਡ ਰਨ ਜਿੱਦਾਂ ਬੇਸਿਕਲੀ ਜਿਸਨੂੰ ਆਖਿਆ ਜਾਂਦਾ ਆ, ਕਹਿੰਦੇ ਕੋਲ ਕੋਈ ਐਕਸਕਿਊਜ਼ ਨਹੀਂ ਸੀਗਾ ਉੱਥੋਂ ਛੱਡ ਕੇ ਜਾਣ ਦੇ ਲਈ। ਸੋ 1 ਸਾਲ ਦੀ ਜਿਹੜੀ ਹੁਣ ਉਹਨੂੰ ਪ੍ਰਿਜ਼ਨ ਸਜ਼ਾ ਸੁਣਾਈ ਗਈ ਆ ਤੇ 1 ਸਾਲ ਉਹ ਜੇਲ੍ਹ ਦੇ ਵਿੱਚ ਜਿਹੜਾ ਉਹ ਕੱਟੂਗਾ। 18 ਸਾਲਾਂ ਦੀ ਜਿਹੜੀ ਕੁੜੀ ਸੀਗੀ ਜਿਸ ਦੇ ਵਿੱਚ ਮੀਂਹ ਪੈਂਦੀ ਰਾਤ ਨੂੰ ਇਸ ਦਾ ਟਰੱਕ ਉਸਦੇ ਨਾਲ ਜਿਹੜਾ ਉਹ ਜਾ ਟਕਰਾਇਆ ਸੀ। ਹੋਰ ਡੀਟੇਲ ਤਾਂ ਟਰੱਕ ਦੇ ਬਾਰੇ ਕ੍ਰੈਸ਼ ਦੇ ਬਾਰੇ ਜਿਹੜੀਆਂ ਉਹ ਨਹੀਂ ਆਈਆਂ, ਪਰ ਇਹ ਆ ਵੀ ਮੌਕੇ ਤੋਂ ਭੱਜਣ ਦੇ ਕਰਕੇ ਵੀ ਉਸਨੂੰ 1 ਸਾਲ ਦੀ ਸਜ਼ਾ ਜਿਹੜੀ ਉਹ ਹੁਣ ਸੁਣਾਈ ਗਈ ਹੈਗੀ ਆ। ਉੱਥੋਂ ਦੇ ਜਿਹੜੇ ਸਰਕਟ ਕੋਰਟ ਦੇ ਜੱਜ ਐਲਨ ਬਰਡਜ਼ ਆ, ਉਹਨਾਂ ਨੇ ਇਹ ਜਿਹੜਾ ਅੱਜ ਫੈਸਲਾ ਸੁਣਾਇਆ ਸੀਗਾ। ਜੀ ਡੈਫੀਨਿਟਲੀ ਵਾਕਈ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ, ਸਾਰਿਆਂ ਨਾਲੋਂ ਵੱਡੀ ਗੱਲ ਹੁੰਦੀ ਹੈ ਕਿ ਤੁਸੀਂ ਜੇ ਐਕਸੀਡੈਂਟ ਸੀਨ ਤੋਂ ਛੱਡ ਕੇ ਚਲੇ ਜਾਂਦੇ ਆ, ਸੋ ਇਹਦੇ ਵਿੱਚ ਸ਼ਾਇਦ ਹੋ ਸਕਦਾ ਕਿ ਉਹ ਦੀ ਸਿਚੁਏਸ਼ਨ ਨਾ ਬਣਦੀ, ਦੀ ਸਿਚੁਏਸ਼ਨ ਨਾ ਬਣਦੀ। ਜਦੋਂ ਤੁਸੀਂ ਹਿੱਟ ਐਂਡ ਰਨ ਕਰ ਜਾਂਦੇ ਆ, ਹਿੱਟ ਕਰਕੇ ਰਨ ਕਰ ਜਾਂਦੇ ਆ ਜਾਂ ਜਗ੍ਹਾ ਤੋਂ ਉੱਥੋਂ ਚਲੇ ਜਾਂਦੇ ਆ ਛੱਡ ਕੇ ਐਕਸੀਡੈਂਟ ਸੀਨ ਨੂੰ, ਤੇ ਉਹ ਤੁਹਾਡੇ ਖਿਲਾਫ ਆਟੋਮੈਟਿਕਲੀ ਤੁਹਾਡੇ ਖਿਲਾਫ ਹੋ ਜਾਂਦਾ ਸਾਰਾ ਕੁਝ। ਸੋ ਇਸ ਕਰਕੇ ਇਹ ਕੋਸ਼ਿਸ਼ ਕਰੋ ਵੀ ਜੇ ਤੁਹਾਡੇ ਕਿਤੇ ਐਕਸੀਡੈਂਟ ਹੋ ਗਿਆ, ਨੋਰਮਲੀ ਸਾਰਿਆਂ ਕੋਲ ਇੰਸ਼ੋਰੈਂਸ ਹੁੰਦੀ ਆ, ਸੋ ਇੰਸ਼ੋਰੈਂਸ ਇਸੇ ਕਰਕੇ ਹੁੰਦੀ ਆ ਕਿਉਂਕਿ ਤੁਸੀਂ ਜੇ ਕਿਸੇ ਪ੍ਰੋਬਲਮ ਫਸ ਜਾਓ ਤੇ ਤੁਹਾਡੀ ਕਵਰੇਜ ਹੋਵੇ। ਸੋ ਹਿੱਟ ਕਰਕੇ ਕਿਸੇ ਨੂੰ ਉੱਥੋਂ ਜਾਣ ਦੀ ਲੋੜ ਨਹੀਂ ਹੁੰਦੀ, ਬਜਾਏ ਉਹਦੇ ਉੱਥੇ ਖੜ ਕੇ ਉਹਦੀ ਹੈਲਪ ਕਰਕੇ ਤੇ ਜਿਹੜੀ ਸਿਚੁਏਸ਼ਨ ਉਹਨੂੰ ਹੈਂਡਲ ਕਰਨਾ ਜ਼ਰੂਰੀ ਹੁੰਦਾ। ਜੀ ਆਪਣੇ ਸਰੋਤੇ ਮਨਜੀਤ ਸਿੰਘ ਸਿੰਧ ਫੇਸਬੁੱਕ ਤੇ ਦੱਸਦੇ ਆ ਵੀ ਉਹਨਾਂ ਨੇ ਡੀਜ਼ਲ ਟੈਕਸਸ ਦੇ ਵਿੱਚ ਕੱਲ $3 ਤੇ 75 ਸੈਂਟ ਨੂੰ ਪਵਾਇਆ। ਮੈਨੂੰ ਲੱਗਦਾ ਕੈਲੀਫੋਰਨੀਆ ਦਾ $6.5 ਤੋਂ ਵੀ ਉੱਤੇ ਹੋਇਆ। ਸਹੀ ਗੱਲ ਆ, ਇੱਥੇ ਤਾਂ ਜੀ ਬਿਲਕੁਲ ਬਿਲਕੁਲ ਯਾ ਇਹ ਚੀਜ਼ ਜਿਹੜੀ ਬਿਲਕੁਲ ਜਦੋਂ ਹਿੱਟ ਐਂਡ ਰਨ, ਦੇਖੋ ਇੰਡੀਆ ਦੇ ਵਿੱਚ ਤਾਂ ਹੁੰਦਾ ਸੀਗਾ ਵੀ ਉੱਥੇ ਭੀੜ ਤੁਹਾਨੂੰ ਦੱਬ ਲੈਂਦੀ ਸੀ, ਕੁੱਟ ਦਿੰਦੀ ਸੀ, ਕਈ ਵਾਰੀ ਕੁੱਟ ਕੇ ਵੀ ਜਿਹੜਾ ਕੋਈ ਇੱਦਾਂ ਦਾ, ਜੇ ਮੰਨ ਲਓ ਕਿ ਕੋਈ ਗਲਤੀ ਵੀ ਹੋ ਗਈ ਆ ਜਾਂ ਅਣਜਾਣਪੁਣੇ 'ਚ ਵੀ ਜੇ ਕਿਸੇ ਕੋ ਐਕਸੀਡੈਂਟ ਕੋਈ ਹੋ ਗਿਆ ਤਾਂ ਉੱਥੇ ਕੁੱਟ ਕੇ ਵੀ ਬੁਰਾ ਹਾਲ ਕਰ ਦਿੰਦੇ ਸੀ। ਪਰ ਇੱਥੇ ਆਈ ਥਿੰਕ ਅਥਾਰਟੀਜ਼ ਦੇ ਨਾਲ ਜੇ ਤੁਸੀਂ ਮਦਦ ਕਰਦੇ ਆ, ਜੇ ਤੁਹਾਡੀ ਨਹੀਂ ਗਲਤੀ ਹੈ, ਕੁਛ ਹੋਇਆ ਤੇ ਉਹਦੇ ਵਿੱਚ ਬਚਾਅ ਹੋ ਜਾਂਦਾ ਆ। ਉਹਨਾਂ ਨੇ ਦੇਖੋ ਵੀ ਇਸ ਮਾਮਲੇ ਦੇ ਵਿੱਚ ਅੱਗੇ ਕਾਜ਼ ਨਹੀਂ ਲੱਭਿਆ ਵੀ ਉਹਨੇ ਐਕਸੀਡੈਂਟ ਕੀਤਾ ਕਿ ਨਹੀਂ ਕੀਤਾ। ਐਕਸੀਡੈਂਟ ਹੋਇਆ ਤੇ ਉੱਥੋਂ ਛੱਡ ਕੇ ਭੱਜ ਗਿਆ, ਉਹਦੇ ਕਰਕੇ ਜਿਹੜੀ 1 ਸਾਲ ਦੀ ਸਜ਼ਾ ਜਿਹੜੀ ਉਸਨੂੰ ਜਿਹੜੀ ਉਹ ਸੁਣਾ ਦਿੱਤੀ ਆ। ਸੋ ਇਹ ਇੱਕ ਡੈਫੀਨੇਟਲੀ ਜਿਹੜੀ ਉਹ ਦੇਖਣ ਵਾਲੀ ਗੱਲ ਆ। ਆਪਾਂ ਓਵਰ ਸਪਲਾਈ ਦੀ, ਓਵਰ ਸਟਾਕਿੰਗ ਦੀ ਜਿਹੜੀ ਉਹ ਗੱਲ ਕੀਤੀ ਸੀ, ਵਾਲਮਾਰਟ ਵਾਲੇ ਕਹਿੰਦੇ ਆ 1500 ਫੁੱਲ ਟਾਈਮ ਟਰੱਕ ਡਰਾਈਵਰਸ ਹੁਣ ਹਾਇਰ ਕਰਨ ਜਾ ਰਹੇ ਆ। ਹੌਲੀਡੇ ਸੀਜ਼ਨ ਆ ਰਿਹਾ ਆ, ਹੈਲੋਵੀਨ ਆ ਗਈ ਅਗਲੇ ਮਹੀਨੇ, ਫਿਰ ਥੈਂਕਸਗਿਵਿੰਗ, ਫਿਰ ਕ੍ਰਿਸਮਸ, ਸੋ ਛੁੱਟੀਆਂ ਦਾ ਤੇ ਇਹ ਸਾਰੀਆਂ ਚੀਜ਼ਾਂ ਦਾ ਖਰੀਦੋ ਫਰੋਖਤ ਦਾ ਜਿਹੜਾ ਕੰਮ ਆ ਉਹ ਤੁਰ ਪੈਣਾ ਆ। ਨਾਲ ਦੇ ਨਾਲ ਹਰਜੋਤ ਸਿੰਘ ਜੀ, ਇਕੋਨਮੀ ਦਾ ਪਤਾ ਨਹੀਂ ਕੀ ਬਣਨਾ, ਇਨਫਲੇਸ਼ਨ ਕਿਤੇ ਦੀ ਕਿਤੇ ਜਿਹੜੀ ਆ ਉਹ ਧੂੰਆਂ ਕੱਢੀ ਜਾਂਦੀ ਆ, ਰਿਸੈਸ਼ਨ ਆਇਆ ਪਿਆ ਆ। ਸੋ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਬੰਦੇ ਨੂੰ ਸੋਚਣ ਨੂੰ ਲੱਗਦਾ ਵੀ ਐਕਚੁਅਲ ਦੇ ਵਿੱਚ ਸਾਰਾ ਕੁਝ ਹੋ ਰਿਹਾ ਜਾਂ ਨਹੀਂ, ਪਰ ਵਾਲਮਾਰਟ ਡੈਫੀਨੇਟਲੀ 1500 ਫੁੱਲ ਟਾਈਮ ਟਰੱਕ ਡਰਾਈਵਰ ਹਾਇਰ ਕਰਨ ਜਾ ਰਹੀ ਆ। ਬਿਲਕੁਲ, ਵਾਲਮਾਰਟ ਨੇ ਐਕਚੁਅਲੀ ਰੈਗੂਲਰ ਜਿਹੜੇ EMPLOYEES ਹੈਗੇ ਜੇ ਇਹ ਆਪਣੇ ਸੀਜ਼ਨ ਟਾਈਮ ਤੇ ਹਾਇਰ ਕਰਦੇ ਸੀ, ਉਹ ਕਾਫੀ ਘੱਟ EMPLOYEE ਹਾਇਰ ਕੀਤੇ ਹੈਗੇ ਆ ਇਸ ਵਾਰੀ ਇਹਨਾਂ ਨੇ। ਇਹ ਜਿਹੜਾ ਸਿਚੁਏਸ਼ਨ ਹੈਗੀ ਆ, ਮੈਨੂੰ ਨਹੀਂ ਸਮਝ ਆ ਰਹੀ ਕਿ ਕਿੱਧਰਲੇ ਪਾਸੇ ਜਾ ਰਹੀ ਹੈ, ਪਰ ਡੈਫੀਨੇਟਲੀ ਉਹਨਾਂ ਨੇ ਰੈਗੂਲਰ EMPLOYEES ਘੱਟ ਹਾਇਰ ਕੀਤੇ ਆ ਇਹਦੇ ਬਜਾਏ ਕਿ ਜਿਹੜੀ ਦੂਸਰੇ ਤੁਸੀਂ ਡਰਾਈਵਰ ਦੇ ਬਾਰੇ ਗੱਲ ਕਰ ਰਹੇ। ਤੇ ਇਹਦੇ ਨਾਲ ਇਹ ਵੀ ਚੱਲਦੀ ਇੱਕ ਹੋਰ ਖਬਰ ਵੀ ਕਰਦੀ ਹੈ ਕਿ ਜਿਹੜੇ ਆਟੋਨਮਸ ਫਰੇਟ ਹੈਗਾ ਆ, ਉਸ ਆਟੋਨਮਸ ਜਿਹੜੇ ਟਰੱਕਸ ਹੈਗੇ ਉਹਨਾਂ ਦੇ ਮਾਰਕੀਟ ਦੇ ਵਿੱਚ ਜਿਹੜੇ ਕੋਡੈਕ ਰੋਬੋਟਿਕਸ ਹੈਗੇ ਆ, ਉਸ ਕੰਪਨੀ ਨੇ ਜਿਹੜੀ ਆ ਪੂਰੀ ਆਪਣੀ ਰੱਖੀ ਹੈ ਕਿ ਥਰਡ ਪਾਰਟੀ ਦੀ ਜਿਹੜੀ ਥਰਡ ਪਾਰਟੀ ਡਿਲੀਵਰੀ ਸਰਵਿਸਿਜ਼, ਡਰਾਈਵਰਲੈਸ ਸਰਵਿਸਿਜ਼ ਆ, ਉਹ ਦੇਣ ਦੀ ਵਾਰਨਰ ਐਂਟਰਪ੍ਰਾਈਜ਼ ਦੇ ਨਾਲ ਮਿਲ ਕੇ ਇਸ ਕੰਪਨੀ ਨੇ ਜਿਹੜੇ ਆ 4 ਰਾਊਂਡ ਟ੍ਰਿਪ ਜਿਹੜੇ ਲਾਏ ਹੈਗੇ ਆ ਡੈਲਸ ਤੋਂ ਲੈ ਕੇ ਲੇਕ ਸਿਟੀ ਫਲੋਰੀਡਾ ਦੇ ਵਿੱਚ। ਅੱਛਾ। ਤੇ 152 ਘੰਟੇ ਲਗਾਤਾਰ ਜਿਹੜਾ ਟਰੱਕ ਚੱਲਿਆ ਹੈਗਾ, ਕਿਉਂਕਿ ਟਰੱਕ ਨੂੰ ਤਾਂ ਰੈਸਟ ਲੈਣ ਦੀ ਲੋੜ ਨਹੀਂ ਨਾ ਹੈਗੀ। ਸਹੀ ਗੱਲ, ਇਸ ਕਰਕੇ ਹਾਂਜੀ, ਕਿਉਂਕਿ ਉਹਦੀ ਫਿਰ ਆਵਰਸ ਆਫ ਸਰਵਿਸ ਉੱਤੇ ਲਾਗੂ ਨਹੀਂ ਹੁੰਦੀ। ਸੋ 152 ਘੰਟੇ ਲਗਾਤਾਰ ਉਹ ਟਰੱਕ ਜਿਹੜਾ ਹੈਗਾ ਉਹ ਚੱਲਿਆ ਹੈਗਾ ਤੇ ਇਹਦੀਆਂ ਪੂਰੀਆਂ ਜਿਹੜੀਆਂ ਸਾਰੇ ਜਿਹੜੇ ਆਊਟ ਆਫ ਸਰਵਿਸ ਜਾਂ ਸਾਰਾ ਕੁਝ ਜਿਹੜਾ ਆ ਉਹ ਉੱਦਾਂ ਤੇ ਰਿਕਾਰਡ ਕੀਤੇ ਗਏ ਆ, ਪਰ ਡੈਫੀਨੇਟਲੀ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੈਗਾ। ਫਿਰ ਇਸ ਕਰਕੇ ਜਿਹੜੀ ਉੱਧਰਲੇ ਪਾਸੇ ਨੂੰ ਵੀ ਵਾਧਾ ਜਿਹੜਾ ਵਧਾਇਆ ਜਾ ਰਿਹਾ, ਕਾਫੀ ਜਿਹੜੀਆਂ ਕੰਪਨੀਜ਼ ਹੈਗੀਆਂ ਇਸ ਮਾਮਲੇ ਦੇ ਵਿੱਚ
ਕੰਮ ਕਰ ਰਹੀਆਂ ਔਰ ਸਕਸੈਸਫੁਲ ਹੋ ਰਹੀਆਂ ਹੈਗੀਆਂ। ਸੋ ਇਹ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਆਟੋਨਮਸ ਟਰੱਕ ਜਿਹੜੇ ਹੈਗੇ, ਜਿਹੜੇ ਕੁਝ ਖਾਸ ਜਿਹੜੇ ਰਾਊਟਸ ਹੈਗੇ ਆ ਉਹਨਾਂ ਦੇ ਉੱਤੇ ਜਿਹੜੇ ਆ ਇਹ ਜ਼ਰੂਰ ਆਟੋਨਮਸ ਟਰੱਕਿੰਗ ਜਿਹੜੀ ਆ ਕਾਫੀ ਹੱਦ ਤੱਕ ਜਿਹੜੀ ਕਾਮਯਾਬ ਹੋ ਸਕਦੀ ਆ ਔਰ ਜਿਹੜੇ ਟਰੱਕਸ ਹੈਗੇ ਆ ਉਹ ਚੱਲ ਰਹੇ ਹੈਗੇ ਆ। ਸੋ ਇਹ ਤਾਂ ਅਨਪੈਡਲਡ ਲੈਵਲ ਆਫ ਐਫੀਸ਼ੀਐਂਸੀ ਆ। 8 ਵੱਖ-ਵੱਖ ਯੂਨੀਕ ਟ੍ਰਿਪ, 100% ਔਨ ਟਾਈਮ ਡਿਲੀਵਰੀ। ਹਰਜੋਤ ਜੀ, ਰਮਨ ਜੀ, ਜੀ ਨਾਨ ਸਟਾਪ ਟਰੱਕ ਨੇ ਜਿਹੜਾ ਉਹ ਚੱਲਣਾ, 1 ਵੀ ਮਿੰਟ ਵੇਸਟ ਨਹੀਂ। ਕਿਸੇ ਡਰਾਈਵਰ ਦੇ ਨਾਲ ਫੋਨ ਤੇ ਉਹਨਾਂ ਨੂੰ ਕੋਈ ਗੱਲਬਾਤ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ। ਇਹ ਤਾਂ ਕੰਮ ਜੇ ਹੁਣ ਤੁਸੀਂ ਕੰਪਨੀ ਦੇ ਪੱਖ ਤੋਂ ਜੇ ਆਪਾਂ ਦੇਖੀਏ, ਕੁਝ ਸੋਚੀਏ ਤਾਂ ਕਹਿੰਦੇ ਯਾਰ ਇਹ ਤਾਂ ਕੰਮ ਬਹੁਤ ਵਧੀਆ ਵੀ ਆਪਾਂ ਨੂੰ ਤਾਂ ਇਹਦੇ ਵਿੱਚ ਰੌਲਾ-ਗੌਲਾ ਜਿਹੜਾ ਉਹ ਘੱਟ ਜਾਣਾ ਆ। ਸੋ ਆਪਾਂ ਹੁਣ ਇਹ ਗੱਲ ਕਰ ਰਹੇ ਹਾਂ ਅੱਜ 2022 ਦੇ ਵਿੱਚ। ਇਹ ਮੈਨੂੰ ਲੱਗਦਾ ਸਾਲ ਕੁ ਪਹਿਲਾਂ ਹੀ ਆਪਾਂ ਗੱਲਾਂ ਕਰ ਰਹੇ ਸੀ ਵੀ ਆਟੋਨਮਸ ਟਰੱਕਿੰਗ ਆ ਰਹੀ ਆ। ਕੋਈ ਕਹਿੰਦਾ ਸੀ ਮੇਬੀ 5 ਸਾਲਾਂ ਨੂੰ, ਕੋਈ ਕਹਿੰਦਾ ਸੀ 10 ਸਾਲਾਂ ਨੂੰ। ਸੋ ਇਹ ਆਲਰੇਡੀ ਇਨ ਪ੍ਰੋਸੈਸ ਹੈਗੇ ਆ। ਇਹ ਪਾਇਲਟ ਪ੍ਰੋਗਰਾਮ ਜਿਹੜਾ ਦੇਖੋ ਇਹਨਾਂ ਨੇ ਇਹ ਚਲਾਇਆ ਆ। ਮੇਬੀ ਹਾਈਬ੍ਰਿਡ ਮਾਡਲ ਇਸ ਦੇ ਵਿੱਚ ਕਰ ਲੈਣਗੇ ਥੋੜ੍ਹੇ ਸਮੇਂ ਦੇ ਲਈ, ਵੀ ਕੁਛ ਹਿੱਸਾ ਜਿਹੜਾ ਹਿਊਮਨ ਚਲਾ ਲੂਗਾ, ਕੁਛ ਹਿੱਸਾ ਰੋਬੋਟਸ ਜਿਹੜੇ ਉਹ ਚਲਾਉਣਗੇ, ਆਟੋਨਮਸ ਜਿਹੜੀਆਂ ਚੀਜ਼ਾਂ ਜਿਹੜੀਆਂ ਚਲਾਉਣਗੀਆਂ। ਸੋ ਇਹ ਕਾਫੀ ਕੁਛ ਚੇਂਜ ਜਿਹੜਾ ਹੋਣ ਜਾ ਰਿਹਾ ਆ। ਉੱਤੋਂ ਇਲੈਕਟ੍ਰੀਫਿਕੇਸ਼ਨ ਸਾਰੇ ਪਾਸੇ, ਜਿਹੜੀ ਇਲੈਕਟ੍ਰਿਕ ਟਰੱਕ ਆ ਰਹੇ ਆ। ਸੋ ਇਹ ਜੋਬਾਂ ਵੀ ਜਾਣਗੀਆਂ, ਨਵੀਆਂ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਹੋਣਗੀਆਂ। ਸੋ ਕਾਫੀ ਉਥਲ-ਪੁਥਲ ਹੋਣ ਵਾਲੀ ਹੈ ਇਹਦਾ ਮਤਲਬ ਇਸ ਇੰਡਸਟਰੀ 'ਚ ਹੁਣ। ਬਿਲਕੁਲ। ਇਹ ਮੈਂ ਇੱਕ ਲੇਟਲੀ ਵੋਲਵੋ ਦੀ ਵੀਡੀਓ ਵੀ ਦੇਖ ਰਿਹਾ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਆਟੋਨਮਸ ਟਰੱਕਿੰਗ ਦੇ ਉੱਤੇ ਜਿਹੜਾ ਜ਼ੋਰ ਕਾਫੀ ਹੈਗਾ ਉਹਨਾਂ ਦਾ। ਤੇ ਆਟੋਨਮਸ ਟਰੱਕਿੰਗ ਦੇ ਉੱਤੇ ਇਹ ਹੈ ਕਿ ਜਿਹੜਾ ਟ੍ਰਿਪ ਰੈਗੂਲਰ ਡਰਾਈਵਰ ਜਿਹੜਾ 5.5 ਘੰਟੇ 'ਚ ਪੂਰਾ ਕਰ ਰਿਹਾ, ਤੇ ਉਹ ਜਿਹੜਾ ਆਟੋਨਮਸ ਟਰੱਕ ਹੈਗਾ ਉਹ 2-2.5 ਘੰਟੇ 'ਚ ਪੂਰਾ ਕਰ ਰਿਹਾ। ਸੋ ਉਹ ਵੀ ਇੱਕ ਸਿਚੁਏਸ਼ਨ ਹੈਗੀ ਆ ਕਿ ਇਹ ਜਿਹੜਾ ਕੰਮ ਹੈਗਾ ਇਹਦੇ ਵਿੱਚ ਡੈਫੀਨੇਟਲੀ ਦੇਖੋ ਜਿਹੜੀ ਟਰੱਕਿੰਗ ਇੰਡਸਟਰੀ ਹੈਗੀ ਆ ਉਹ ਬਹੁਤ ਇਵੋਲਵ ਹੋ ਰਹੀ ਹੈਗੀ, ਬਹੁਤ ਚੇਂਜ ਹੋ ਰਹੀ ਹੈਗੀ ਆ। ਟੈਕਨੋਲੋਜੀ ਜਿਹੜੀ ਆ ਬਹੁਤ ਤੇਜ਼ੀ ਦੇ ਨਾਲ ਇਸ ਇੰਡਸਟਰੀ ਦੇ ਵਿੱਚ ਆਪਣੀ ਪਕੜ ਬਣਾ ਰਹੀ ਹੈ। ਸੋ ਅੱਗੇ ਅੱਜ ਤੱਕ ELD ਤੇ ਆਉਣ ਤੋਂ ਪਹਿਲਾਂ, ਅੱਜ ਤੋਂ 5 ਸਾਲ ਪਹਿਲਾਂ, ਕਦੀ ਵੀ ਟੈਕਨੋਲੋਜੀ ਕੰਪਨੀਜ਼ ਇੰਨੀਆਂ ਅਗਰੈਸਿਵਲੀ ਟਰੱਕਿੰਗ ਦੇ ਵਿੱਚ ਨਹੀਂ ਸੀ ਆਈਆਂ। ਇਸ ਵੇਲੇ ਤੁਸੀਂ ਇਹ ਯਕੀਨ ਮੰਨੋ ਕਿ ਹਰ ਕਾਰਨਰ ਤੋਂ, ਹਰ ਐਂਡ ਤੋਂ ਜਿਹੜੀ ਆ ਕੋਈ ਨਾ ਕੋਈ ਟੈਕਨੋਲੋਜੀ ਕੰਪਨੀ ਕਿਸੇ ਨਾ ਕਿਤੇ ਇੱਕ ਜਿਹੜਾ ਕੰਮ ਹੈਗਾ ਉਹਦੇ ਵਿੱਚ, ਟਰੱਕਿੰਗ ਦੇ ਵਿੱਚ ਹਰ ਪਾਸਿਓਂ ਐਂਟਰੀ ਕੀਤੀ ਜਾ ਰਹੀ ਹੈ। ਸੋ ਡੈਫੀਨੇਟਲੀ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹਦੇ ਵਿੱਚ ਟੈਕਨੋਲੋਜੀ ਦੀ ਇਨਵੋਲਵਮੈਂਟ ਨੂੰ ਲੈ ਕੇ, ਟੈਕਨੋਲੋਜੀ ਦੀ ਇਨਵੋਲਵਮੈਂਟ ਨੂੰ ਲੈ ਕੇ ਤੇ ਹੋਰ ਸਾਰੇ ਕਾਸੇ ਲੈ ਕੇ ਜਿਹੜੀਆਂ ਚੇਂਜਸ ਹੈ ਟਰੱਕਿੰਗ ਦੇ ਵਿੱਚ, ਉਹ ਬਹੁਤ ਜ਼ਿਆਦਾ ਤੇਜ਼ੀ ਨਾਲ ਦੇਖਣ ਨੂੰ ਮਿਲ ਸਕਦੀਆਂ। ਜਿਹੜੀਆਂ ਅੱਗੇ ਆਪਾਂ ਕਈ ਸਾਲਾਂ ਦੀ ਗੱਲ ਕਰਦੇ ਸੀਗੇ, ਸ਼ਾਇਦ ਹੋ ਸਕਦਾ ਉਹ ਕੁਛ ਸਾਲਾਂ ਦੇ ਵਿੱਚ ਕੰਮ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਜਾਣ। ਸੋ ਟੈਕਨੋਲੋਜੀ ਜਿਹੜੀ ਆ ਉਹ ਬੜੀ ਬਲਵਾਨ ਲੱਗਦੀ। ਜੀ ਬਿਲਕੁਲ। ਲੌਂਗ ਹਾਲ ਟਰੱਕਿੰਗ ਕਹਿੰਦੇ ਵੀ ਕਲਾਈਮੇਟ ਫਰੈਂਡਲੀ ਹੋਣ ਜਾ ਰਿਹਾ ਆ। ਸਭ ਤੋਂ ਜ਼ਿਆਦਾ ਗੈਸ ਐਮਿਸ਼ਨ, ਗ੍ਰੀਨ ਹਾਊਸ ਗੈਸ ਐਮਿਸ਼ਨਸ ਹਾਈਵੇਜ਼ ਦੇ ਉੱਤੇ ਹੁੰਦੀਆਂ, ਹਾਈਵੇ ਟਰਾਂਸਪੋਰਟੇਸ਼ਨ ਤੇ ਹੀ ਹੁੰਦੀਆਂ ਹੈਗੀਆਂ। ਸੋ ਬਹੁਤ ਸਾਰੀਆਂ ਕੰਪਨੀਆਂ, ਜਿਸ ਤਰ੍ਹਾਂ ਤੁਸੀਂ ਦੱਸਿਆ, ਇੱਕ ਸਟਾਰਟਅਪ ਕੰਪਨੀ ਹੈਗੀ ਹੈ ਕਲੀਅਰ ਫਲੇਮ ਇੰਜਨ ਟੈਕਨੋਲੋਜੀ। ਉਹਨਾਂ ਨੇ ਇੱਕ ਮਾਈਲਸਟੋਨ ਸੈਟਅਪ ਕੀਤਾ ਹੈਗਾ ਆ ਕਾਰਬਨ ਐਮਿਸ਼ਨ ਪ੍ਰੋਫਾਈਲ ਆਫ ਕਲਾਸ 8 ਹੈਵੀ ਟਰੱਕ ਸੈਕਟਰ ਦਾ। ਤੇ ਇਹ ਜਿਹੜਾ ਐਗਜ਼ਿਸਟਿੰਗ ਡੀਜ਼ਲ ਇੰਜਨ ਆ ਉਹਨੂੰ ਅਲਾਉ ਕਰਦਾ ਪਈ ਲੋ ਕਾਰਬਨ ਫਿਊਲ ਬਰਨ ਕਰਨ ਦੇ ਵਿੱਚ, ਇਨਕਲੂਡਿੰਗ ਬਾਇਓ ਐਥਨਲ। ਸੋ ਵੱਖ-ਵੱਖ ਤਰ੍ਹਾਂ ਦੀ, ਇਸੇ ਤਰ੍ਹਾਂ ਰਿਵੀਵਾ ਕਰਕੇ ਕੰਪਨੀਆਂ, ਵੈਂਡਰ ਹੈਗ ਇਨਕਾਰਪੋਰੇਸ਼ਨ, ਗੂਗਲ, ਹੋਰ ਇਦਾਂ ਦੀਆਂ ਕੰਪਨੀਆਂ ਤਾਂ ਆਪਾਂ ਦੇਖੀਆਂ ਹੀ ਹੈਗੀਆਂ। ਸੋ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਕੰਮ ਆ ਟਰੱਕਿੰਗ ਇੰਡਸਟਰੀ ਨੂੰ ਚੇਂਜ ਕਰਨ ਦੇ ਵਿੱਚ, ਚਾਹੇ ਉਹ ਆਟੋਨੋਮਸ ਹੈਗਾ ਜਾਂ ਇਲੈਕਟ੍ਰਿਕ ਆ, ਇੱਧਰ ਨੂੰ ਚੱਲ ਰਿਹਾ ਹੈ। ਜੀ, ਸੋ ਸਰੋਤੇ ਤੁਸੀਂ ਵੀ ਆਪਣੇ ਕਾਲ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਆ। ਇੰਡਸਟਰੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਰੁੱਖ ਇਸ ਦਾ ਹੈਗਾ ਆ। ਸੋ ਉਹਦੇ ਲਈ ਕਾਲ ਕਰਨ ਦੇ ਲਈ ਨੰਬਰ ਹੈ 408 272 5200। ਜਿਨ੍ਹਾਂ ਦੀਆਂ ਕਾਲਸ ਡ੍ਰੌਪ ਹੋ ਗਈਆਂ ਮੁੜ ਕੇ ਦੁਬਾਰਾ ਜਿਹੜੇ ਉਹ ਕਾਲ ਕਰ ਸਕਦੇ ਨੇ 408 272 5200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸਾਂਝੇ ਜਿਹੜੇ ਕਰ ਸਕਦੇ ਆ। ਸੋ ਜੇ ਆਪਾਂ ਆਟੋਨਮਸ ਦੀ ਹੋਈ ਗੱਲ ਕਰਦੇ ਜਾਈਏ, ਇਹ ਜਿਹੜੇ ਇਲੈਕਟ੍ਰਿਕ ਟਰੱਕ, ਜਦੋਂ ਤੁਸੀਂ ਵੋਲਵੋ ਦੀ, ਰਮਨ ਜੀ, ਜਾਂ ਜਦੋਂ ਤੁਸੀਂ ਇਹਨਾਂ ਮੈਨੂਫੈਕਚਰਰਸ ਦੇ ਨਾਲ ਕਦੀ ਗੱਲ ਕੀਤੀ, ਉਹਨਾਂ ਨੇ ਦੱਸਿਆ ਵੀ ਇਹਦੀ ਉਹਦਾ ਕੀਮਤ ਕਿੱਥੇ ਤੱਕ ਹੋ ਸਕਦੀ ਹੈ? ਜਿਹੜੇ ਆਟੋਨਮਸ ਟਰੱਕ ਜਿਹੜੇ ਉਹ ਹੋਣਗੇ ਇਲੈਕਟ੍ਰਿਕ ਦੀ, ਤਾਂ ਆਪਾਂ ਦੇਖ ਰਹੇ ਹਾਂ ਵੀ $3 ਤੋਂ $4 ਲੱਖ ਤੱਕ ਦਾ ਜਿਹੜਾ ਟਰੱਕ ਆ ਉਹ
ਦੱਸਦੇ ਸੀਗੇ। ਸੋ ਕੀ ਉਹਨਾਂ ਨੇ ਆਟੋਨੋਮਸ ਦੇ ਰਾਈਟ ਨਾਓ ਆਈ ਨੋ ਅਜੇ ਟੈਸਟਿੰਗ ਫੇਜ਼ ਦੇ ਵਿੱਚ ਆ, ਪਰ ਕਿਤੇ ਕਦੀ ਕੋਈ ਆਇਆ ਵੀ ਇਸ ਦੀ ਵੈਲਿਊ ਕਿੱਥੇ ਕੁ ਤੱਕ ਇਹਨਾਂ ਨੇ ਸੋਚੀ ਹੋਊਗੀ? ਨੇ ਅਜੇ ਜਿਹੜੀਆਂ ਵੈਲਿਊਜ਼ ਹੈਗੀਆਂ ਡੈਫੀਨੇਟਲੀ ਕਿਸੇ ਨੇ ਕੋਈ ਵੀ ਇਹਦੀ ਹਵਾ ਨਹੀਂ ਕੱਢੀ ਸੀਗੀ ਕਿ ਇਹਦੀ ਕਿੰਨੀ ਕੁ ਪ੍ਰਾਈਸ ਹੋਊਗੀ ਜਾਂ ਕੀ ਹੋਊਗਾ ਇਹਦਾ ਕੀ ਨਹੀਂ ਹੋਊਗਾ। ਈਵਨ ਜਿਹੜੇ ਇਲੈਕਟ੍ਰਿਕ ਟਰੱਕ ਹੈਗੇ ਉਹ ਵੀ ਸਾਡੇ ਜਿਹੜੇ ਰਿਸੋਰਸਿਸ ਹੁੰਦੇ ਉਹਨਾਂ ਦੇ ਥਰੂ ਪਤਾ ਲੱਗਦਾ ਹੈਗਾ। ਜੇ ਮੈਨੂਫੈਕਚਰ ਕੀਏ ਤੇ ਮੈਨੂਫੈਕਚਰ ਵੱਲੋਂ ਕੋਈ ਐਸਾ ਨਹੀਂ ਤੁਹਾਨੂੰ ਲਿੰਕ ਦਿੱਤਾ ਜਾਂਦਾ, ਐਸਾ ਤੁਹਾਨੂੰ ਨਹੀਂ ਦੱਸਿਆ ਜਾਂਦਾ ਅਜੇ ਤੱਕ ਕੁਛ ਵੀ। ਪਰ ਜਿਹੜੀ ਇਹ ਆਪਣੇ ਹੈਗੇ ਆ ਆਟੋਨੋਮਸ ਹੈਗੀ ਆ ਉਸ 'ਚ ਤਾਂ ਡੈਫੀਨੇਟਲੀ ਇਹ ਜਿਹੜਾ ਆ ਇਹ ਪ੍ਰੋਬਲਮ ਰਹਿਣੀ ਹੈਗੀ ਆ। ਅਜੇ ਤੱਕ ਤਾਂ ਉਹਦਾ ਕੋਈ ਐਸਾ ਜਿਹੜੀ ਸਿਚੁਏਸ਼ਨ ਨਹੀਂ ਆਈ ਹੈਗੀ। ਬਿਲਕੁਲ। ਜੇ ਇਲੈਕਟ੍ਰਿਕ ਉੱਦਾਂ ਜੇ 3-4 ਲੱਖ ਦਾ ਆਪਾਂ ਦੇਖਦੇ ਹਾਂ ਵੀ ਟਰੱਕ ਇਸ ਚੀਜ਼ ਨੂੰ ਹੈਗੇ ਆ, ਤਾਂ ਇਹ ਹੁਣ ਦੇਖੋ ਵੀ ਕੀ ਹੋਊਗਾ। ਵੀ ਇਹ ਕਿਹੜੇ ਪਾਸੇ ਵੱਲ ਨੂੰ ਜਿਹੜੀ ਇਹ ਚੀਜ਼ ਜਿਹੜੀ ਉਹ ਵੱਧ ਰਹੀ ਹੈਗੀ ਆ। ਹੁਣ ਨਾ ਰੀਸੈਂਟਲੀ ਮੈਂ ਦੇਖ ਰਿਹਾ ਵੀ ਬਹੁਤ ਸਾਰੇ ਜਿਹੜੇ ਆਰਟੀਕਲਸ ਨਾ ਇਸ ਦੇ ਉੱਤੇ ਛਪਣੇ ਸ਼ੁਰੂ ਹੋ ਗਏ ਆ ਵੀ ਵਾਈ ਆਟੋਨੋਮਸ ਟਰੱਕਿੰਗ ਵਿਲ ਸੂਨ ਬੀ ਰਿਐਲਿਟੀ। ਅੱਜ ਤੋਂ ਕੁਛ ਕੁ ਮਹੀਨੇ ਪਹਿਲਾਂ ਆਪਾਂ ਜਿਹੜੇ ਫਰੀਟ ਵੇਵਸ ਦੇ ਕੁਛ ਆਰਟੀਕਲ ਉਹਨਾਂ ਦੇ CEO ਨੇ ਲਿਖੇ ਸੀਗੇ ਵੀ ਟਰੱਕਿੰਗ ਦੇ ਵਿੱਚ ਬਲੱਡ ਬਾਥ ਹੋਣ ਵਾਲਾ ਆ, ਤੇ ਉਦੋਂ ਲੋਕ ਆਪਾਂ ਨੂੰ ਰਮਨ ਜੀ ਹਰਜੋਤ ਜੀ ਕਹਿੰਦੇ ਸੀਗੇ ਵੀ ਤੁਸੀਂ ਜਾਣ ਕੇ ਡਰਾਉਂਦੇ ਆ, ਤੇ ਉਹ ਰਿਐਲਿਟੀ ਹੋਈ। ਆਪਾਂ ਦੇਖਿਆ ਵੀ ਵਾਕਿਆ ਬਲੱਡ ਬਾਥ ਆਪਾਂ ਟਰੱਕਿੰਗ ਦੇ ਵਿੱਚ ਜਿਹੜਾ ਉਹ ਦੇਖਿਆ ਵੀ ਹੋਇਆ ਕੀ ਆ। ਸੋ ਇਹ ਆਪਾਂ ਕਹਿੰਦੇ ਜਾਈਏ ਨਾ ਵੀ ਯਾਰ ਇਹ ਨਹੀਂ ਹੋ ਸਕਦਾ, ਉਹ ਕਿੱਦਾਂ ਚਲਾਊਗਾ, ਹਿੱਲ ਤੇ ਕਿੱਦਾਂ ਚੜੂਗਾ, ਉਹ ਕਿੱਦਾਂ ਹੋਊਗਾ। ਭਾਈ ਉਹਨਾਂ ਦੇ ਕੋਲ ਡਾਟਾ ਆ ਰਿਹਾ ਆ, ਉਹਨਾਂ ਨੇ ਡਾਟਾ ਤੋਂ ਹੀ ਜਿਹੜੇ ਕੰਪਿਊਟਰਸ ਨੂੰ ਦੱਸਣਾ ਹੈ ਵੀ ਇੱਦਾਂ ਕਰਨਾ, ਇੱਥੇ ਆ ਹੋਊਗਾ, ਉਹ ਹੋਊਗਾ। ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜਿਹੜੀ ਉਸ ਦੇ ਵਿੱਚ ਐਡ ਹੋ ਰਹੀ ਆ। ਸੋ ਇਹ ਆ, ਲੋਕ ਤਾਂ ਟਿਕਟੌਕ ਬਣਾਉਣ ਦੇ ਵਿੱਚ, ਰੀਲਸ ਬਣਾਉਣ 'ਚ ਬਿਜ਼ੀ ਆ। ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਉਹਨਾਂ ਦੇ ਸਟੀਅਰਿੰਗ ਕਦੋਂ ਹੱਥੋਂ ਨਿਕਲ ਗਿਆ। ਫਿਰ ਟਿਕਟੌਕ ਤੇ ਰੀਲਸ ਹੀ ਬਣਾਉਂਦੇ ਨਾ ਵਿਚਾਰੇ ਕਿਤੇ ਰਹਿ ਜਾਣ। ਸੋ ਭਾਈ ਆਪਾਂ ਨੂੰ ਇੰਡਸਟਰੀ ਦੇ ਨਾਲ ਚੇਂਜ ਹੋਣਾ ਪੈਣਾ ਆ। ਸੋ ਇਹ ਸਾਰੀਆਂ ਚੀਜ਼ਾਂ ਆ। ਤੇ ਆਪਣੇ ਨਾਲ ਕੁਛ ਕਾਲਰ ਜਿਹੜੇ ਆਪਾਂ ਉਹਨਾਂ ਦੀ ਵੀ ਗੱਲ ਕਰਦੇ ਆ, ਤੇ ਫਿਰ ਹਰਜੋਤ ਜੀ ਇੰਸ਼ੋਰੈਂਸ ਦੇ ਪੱਖ ਤੋਂ ਵੀ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰਾਂਗੇ ਵੀ ਉਹਦੇ ਵਿੱਚ ਕੀ ਹੋਊਗਾ ਉਹਨਾਂ ਕੰਪਨੀਆਂ ਦੇ ਲਈ। ਕੀ ਤੁਸੀਂ ਵੀ ਜਾਂ ਫਿਰ ਅਜਿਹੇ ਇੰਸ਼ੋਰੈਂਸ ਦੇ ਨਾਲ ਕੰਪਨੀਆਂ ਦੇ ਨਾਲ ਗੱਲ ਕਰਕੇ ਪੁੱਛੋ ਵੀ ਭਾਈ ਆਟੋਨੋਮਸ ਟਰੱਕਿੰਗ 'ਚ ਤੁਸੀਂ ਕੀ ਸੋਚਦੇ ਆ, ਕਿੱਧਰ ਨੂੰ ਕੀ ਚੀਜ਼ ਜਿਹੜੀ ਉਹ ਜਾਊਗੀ। ਤੇ ਇੱਕ ਆਪਾਂ ਪਹਿਲਾਂ ਕਾਲਰ ਲੈ ਲੈਂਦੇ ਹਾਂ। ਗੁਰਵਿੰਦਰ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ। ਭਾਜੀ ਮੈਂ ਰਾਮਨ ਜੀ ਨਾਲ ਵੀ ਗੱਲ ਕੀਤੀ ਸੀ ਫੋਨ ਤੇ, ਇਹਨਾਂ ਨਾਲ ਵੀ ਸ਼ੇਅਰ ਕੀਤੀ ਸੀ ਜਿਹੜਾ ਮੇਰੇ ਨਾਲ ਰੀਸੈਂਟਲੀ ਹੈਪਨ ਹੋਇਆ ਵੀ ਉਹ ਮੇਰੀ ਆਇਡੈਂਟੀਟੀ ਚੋਰੀ ਕਰਕੇ ਉਹਨਾਂ ਨੇ ਲੋਡ ਬੁੱਕ ਕੀਤਾ। ਹਾਂਜੀ ਉਹਦਾ ਕੋਈ ਸੋਲੂਸ਼ਨ ਨਹੀਂ ਹੋਇਆ ਜੀ ਹਜੇ ਤੱਕ। ਤੇ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਹੋਰ ਲੋਡ ਚੱਕ ਲਿਆ। ਉਹ ਵੀ ਆਪਣੇ ਫਿਰ ਉਹਨਾਂ ਦੀ ਜਦੋਂ ਮੈਨੂੰ ਈਮੇਲ ਆਈ, ਸਾਰੀ ਡਿਟੇਲ ਆਈ ਵੀ ਆਹ ਬੰਦੇ ਨੇ, ਉਹ ਵੀ ਆਪਣਾ ਪੰਜਾਬੀ ਵੀਰ ਸੀ ਜਿਹਨੂੰ ਉਹਨੇ ਗਾਹਾਂ ਮੇਰੀ MC ਦੇ ਲੋਡ ਚੱਕ ਕੇ ਬ੍ਰੋਕਰਾਂ ਤੋਂ ਤੇ ਪੰਜਾਬੀ ਬਾਈ ਨੂੰ ਦਿੱਤਾ ਤੇ ਕ੍ਰਾਸ ਡੌਕ ਕਰਾਇਆ ਉਹਨੇ। ਚਲੋ ਉਹਦੀ ਵੀ ਵਿਚਾਰੇ ਦੀ ਹੁਸ਼ਿਆਰੀ ਸੀਗੀ, ਉਹਨੇ ਉਹਨਾਂ ਦੇ ਲੋਡ ਬਚਾਤੇ 2 ਟਾਇਰਾਂ ਦੇ, ਪਰ ਸੋਲਰ ਵਾਲਾ ਇੱਕ ਲੋਡ ਗਿਆ। ਪਰ ਹੁਣ ਮੈਨੂੰ ਕਹਿ ਰਿਹਾ ਪੁਲਿਸ ਰਿਪੋਰਟ ਕਰੋ। ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਥੇ ਕਰਨੀ ਆ, ਕੋਈ ਹੈ ਸੋਲੂਸ਼ਨ ਇਹ ਚੀਜ਼ ਦਾ? ਪੁਲਿਸ ਰਿਪੋਰਟ ਤਾਂ ਉਹ ਕਰਨਗੇ, ਤੁਹਾਡਾ ਤਾਂ ਲੋਡ ਨਹੀਂ ਨਾ ਚੋਰੀ ਹੋਇਆ ਜਾਂ ਤੁਸੀਂ ਨਹੀਂ ਨਾ ਕੀਤਾ ਹੈਗਾ, ਤਾਂ ਉਹਨਾਂ ਨੂੰ ਪੁਲਿਸ ਰਿਪੋਰਟ ਕਰਨੀ ਚਾਹੀਦੀ ਹੈ। ਤੁਹਾਨੂੰ ਤਾਂ ਪੁਲਿਸ ਰਿਪੋਰਟ ਆਪਣੀ ਇਹ ਗੱਲ ਹੋਏਗੀ ਸੀਗੀ ਕਿ ਤੁਹਾਨੂੰ ਪੁਲਿਸ ਰਿਪੋਰਟ ਕਰਨ ਦੀ ਤਾਂ ਲੋੜ ਹੀ ਨਹੀਂ ਹੈਗੀ। ਹਾਂਜੀ, ਤੇ ਉਹ ਮੈਨੂੰ ਕਹਿ ਰਿਹਾ ਵੀ ਤੁਸੀਂ ਕਰੋ। ਮੈਂ ਤੁਹਾਨੂੰ ਈਮੇਲ ਵੀ ਸ਼ੇਅਰ ਕਰੂੰਗਾ ਭਾਜੀ ਤੁਹਾਡੇ ਨਾਲ ਬਾਅਦ ਦੇ ਵਿੱਚ। ਠੀਕ ਹੈ, ਪਰ ਉਹ ਮੈਨੂੰ ਕਹਿ ਰਿਹਾ ਵੀ ਤੁਸੀਂ ਕਰੋ। ਉਹ ਆਪਣੇ ਸਿਰੋਂ ਲਾ ਕੇ ਤੇ ਤੁਹਾਡੇ ਸਿਰ ਪਾਉਣਾ ਚਾਹੁੰਦੇ ਜਾਂ ਫਿਰ ਇਦਾਂ ਆ ਮੈਨੂੰ ਲੱਗਦਾ। ਹਾਂਜੀ, ਮੈਂ ਉਹ ਜਿਹੜੇ ਪੰਜਾਬੀ ਬਾਈ ਨੇ ਆਪਣੇ ਨੇ। ਹਾਂਜੀ, ਮੈਂ ਕਿਹਾ ਤੁਸੀਂ ਇਹ ਕਰ ਸਕਦੇ ਕਿ ਤੁਹਾਡੇ ਜਿਹੜੀ ਆ ਡੈਫੀਨੇਟਲੀ ਤੁਹਾਡੇ ਨਾਂ ਤੇ ਕਿਸੇ ਨੇ ਲੋਡ ਚੁੱਕਿਆ, ਉਹਦੇ ਬਾਰੇ ਤੁਸੀਂ ਕੰਪਲੇਂਟ ਕਰ ਸਕਦੇ ਆ, ਪਰ ਲੋਡ ਦੇ ਬਾਰੇ ਤੁਸੀਂ ਕੰਪਲੇਂਟ ਕਰ ਸਕਦੇ, ਇਹ ਤਾਂ ਮੈਨੂੰ ਨਹੀਂ ਲੱਗ ਰਿਹਾ ਕੁਝ ਵੀ ਠੀਕ ਹੈਗਾ। ਰਮਨ ਜੀ ਇਹ ਪਤਾ ਕਰਨ ਦੀ ਕੋਸ਼ਿਸ਼ ਕਰਿਓ ਵੀ ਇਹਨਾਂ ਦੇ ਲਈ ਅਥਾਰਟੀ ਕਿਹੜੀ ਸਹੀ ਆ, ਵੀ ਕਿੱਥੇ ਜਿਹੜਾ ਇਹ ਜਾਣ ਵੀ ਇਹ ਮਸਲਾ ਸੁਲਝਾਉਣ ਦੇ ਲਈ ਇਹਨਾਂ ਦਾ ਜਿਹੜਾ ਇਹ ਪਿਆ ਆ ਵੀ ਕਿਹਦੇ ਨਾਲ ਇਹਨਾਂ ਨੂੰ ਐਕਚੁਅਲ 'ਚ ਗੱਲ ਕਰਨੀ ਪੈਣੀ ਆ। ਤੁਸੀਂ ਕਰਕੇ ਦੇਖਿਓ ਸਾਰਿਆਂ ਦੇ ਨਾਲ ਗੱਲਬਾਤ, DOT ਵਾਲੇ ਵੀ, FMCSA ਵੀ, ਪੁਲਿਸ ਵਾਲਿਆਂ ਨਾਲ ਵੀ, CHP ਵਾਲਿਆਂ ਨਾਲ ਵੀ ਜਦੋਂ ਇਹ ਮਸਲਾ ਬਣੇ ਤਾਂ ਫਿਰ ਜਾਣਾ ਕਿੱਧਰ ਆ ਵੀ ਭਾਈ ਉਹ ਬੰਦਾ ਕਰੇ ਤਾਂ ਕਰੇ। ਮੈਂ CHP ਦੇ ਆਫਿਸ ਗਿਆ, ਮੈਂ ਕਿਹਾ ਵੀ ਮੇਰੇ ਨਾਲ, ਮੈਂ ਉਹਨਾਂ ਨੂੰ ਸਾਰੀ ਚੀਜ਼ ਦੱਸੀ। ਉਹ ਮੈਨੂੰ ਕਹਿੰਦੇ ਇਹ ਤਾਂ ਮਸਲਾ ਫੇਟਲ ਦਾ, ਕਹਿੰਦੇ ਅਸੀਂ ਕੋਈ ਹੈਲਪ ਕਰ ਨਹੀਂ ਸਕਦੇ, ਵੀ ਜੇ ਤੇਰਾ ਕੋਈ ਲੋਡ ਰੋਡ ਤੇ ਚੱਕੀ ਜਾਂਦਾ, ਤੇਰਾ ਕੋਈ ਚੋਰੀ ਕਰੀ ਜਾਂਦਾ ਤਾਂ ਸਾਨੂੰ ਦੱਸ, ਉਹਦਾ ਅਸੀਂ ਹੱਲ ਕਰ ਦਿੰਦੇ ਆ। ਵੀ ਇਹ ਤਾਂ ਹੁਣ ਸਾਡਾ ਤਾਂ ਮਸਲਾ ਹੈ ਨਹੀਂ ਹੈ, ਵੀ ਇਹ ਤਾਂ ਆਇਡੈਂਟੀਟੀ ਤੇਰੀ ਕਿਸੇ ਨੇ ਹੋਰ ਯੂਜ਼ ਕੀਤੀ ਆ, ਉਹਨੇ ਕਹਾ ਕਿਸੇ ਨੂੰ ਹੋਰ ਹਾਇਰ ਕੀਤਾ, ਹੋਰ ਵੀ ਸਾਡਾ ਤਾਂ ਮਸਲਾ ਹੀ ਨਹੀਂ। ਇਹ ਫਰਾਡ ਦਾ ਕੇਸ ਹੈਗਾ ਯਾਰ ਜੀ, ਫਰਾਡ ਦਾ ਕੇਸ ਹੈ। CHP ਨੇ ਕੁਝ ਨਹੀਂ ਕਰਨਾ ਹੈਗਾ। FMCSA ਨੂੰ ਤੁਸੀਂ ਨੋਟੀਫਾਈ ਕਰ ਸਕਦੇ ਤੁਹਾਡੀ MC ਜਿਹੜੀ ਆ ਉਹ ਮਿਸਯੂਜ਼ ਹੋ ਰਹੀ ਆ,
FMCSA ਨੂੰ ਇਹ ਨੋਟੀਫਿਕੇਸ਼ਨ ਕਰ ਸਕਦੇ ਆ, ਪਰ FMCSA ਉੱਥੇ ਕੀ ਕਰੂਗੀ ਇਹ ਨਹੀਂ ਕਹਿ ਸਕਦੇ। ਜਿਹੜੀ ਥਰਡ ਪਾਰਟੀ ਹੈਗੀ ਜਿਹਨੇ ਵੀ ਕੋਈ ਲੋਡ ਚੱਕ ਰਿਹਾ ਹੈਗਾ ਕਰ ਰਿਹਾ ਹੈਗਾ ਉਹ ਫਰਾਡ ਦਾ ਕੇਸ ਹੈਗਾ। ਸੋ ਇਹਦੇ ਵਿੱਚ PHP ਨੇ ਵੀ ਕੁਛ ਨਹੀਂ ਕਰਨਾ ਹੈਗਾ ਤੇ ਹੋਰ ਕਿਸੇ ਪਾਰਟੀ ਨੇ ਵੀ ਡੈਫੀਨਿਟਲੀ ਕੁਛ ਨਹੀਂ ਕਰਨਾ। ਰਮਨ ਜੀ ਇਹਦੇ ਵਿੱਚ ਪ੍ਰੋਬਲਮ ਹੈਗੀ ਆ। ਰਮਨ ਜੀ ਇਹਦੇ ਵਿੱਚ ਇੱਕ ਚੀਜ਼ ਦੱਸਿਓ ਵੀ ਜਿੱਦਾਂ ਆਪਾਂ ਕ੍ਰੈਡਿਟ ਫ੍ਰੀਜ਼ ਦੀ ਗੱਲ ਇੰਡੀਵਿਜੂਅਲ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਦੇ ਆ ਵੀ ਆਪਾਂ ਕਰਵਾ ਸਕਦੇ ਆ, ਕੀ MC ਫ੍ਰੀਜ਼ ਜਾਂ ਕੁਛ ਇਦਾਂ ਦੀਆਂ ਚੀਜ਼ਾਂ ਵੀ ਮੇਰੇ ਨਾਂ ਦੇ ਲੋਡ ਅਜੇ ਕੁਛ ਚਿਰ ਲਈ ਨਾ ਚੱਕ ਹੋਵੇ ਜਾਂ ਕੁਛ ਹੋਵੇ, ਇਦਾਂ ਦੀ ਚੀਜ਼ ਵੀ ਕੋਈ ਅਵੇਲੇਬਲ, ਕੋਈ ਇਦਾਂ ਦੀ ਸਰਵਿਸ ਹੁੰਦੀ ਹੈ? ਤੁਸੀਂ ਔਨ ਹੋਲਡ ਕਰਵਾ ਸਕਦੇ ਆਪਣੀ MC ਨੂੰ। ਔਨ ਬੋਰਡ ਤੁਸੀਂ MC ਨੂੰ ਜਿਹੜੀ ਹੈ ਨਾ ਉਹਨੂੰ ਤੁਸੀਂ ਇਨਐਕਟੀਵੇਟ ਕਰਵਾ ਸਕਦੇ ਆ, ਪਰ ਉਹਦੇ ਚ ਪ੍ਰੋਬਲਮ ਹੁੰਦੀ ਹੈ ਕਿ ਐਕਟੀਵੇਟ ਟਾਈਮ ਲੱਗਦਾ ਹੈਗਾ। ਠੀਕ ਇਸ ਹੈ। ਕਰਕੇ ਇਨਐਕਟੀਵੇਟ ਕਰਵਾਉਣਾ ਕਰਨਾ ਇਸ ਤਰ੍ਹਾਂ ਔਖਾ ਲੱਗਦਾ, ਪਰ ਇਹ ਫਰਾਡ ਦਾ ਕੇਸ ਹੈਗਾ। ਸੋ ਬੇਸਿਕਲੀ ਜਿੱਥੇ ਵੀ ਫਰਾਡ ਦੀ ਗੱਲ ਆਉਂਦੀ ਹੈ ਸੋ ਉੱਥੇ ਕੇਸਿਸ ਫਾਈਲ ਹੋ ਸਕਦੇ ਆ, ਇਦਾਂ ਦੀ ਕੋਈ ਚੀਜ਼ ਹੋ ਸਕਦੀ ਹੈ। ਪਰ ਜੇ ਕੋਈ ਏਜੰਸੀ ਕਹੀ ਆਪਾਂ ਕੁਝ ਕਰਦੀ ਹੈ ਤਾਂ ਡੈਫੀਨਿਟਲੀ ਮੇਰੇ ਖਿਆਲ ਦੀ ਇਦਾਂ ਦਾ ਕੁਝ ਹੋ ਸਕਦਾ ਨਹੀਂ ਹੋਣਾ। ਸੋ ਤੇ ਹਾਂਜੀ ਪਰ ਉਹ ਬੰਦੇ ਵੀ ਮੈਨੂੰ ਬਾਹਰੋਂ ਲੱਗ ਰਿਹਾ ਸੀ, ਕਿਉਂਕਿ ਜਿਹੜੀ ਮੈਨੂੰ ਉਹਨੇ ਗਾਂ ਬੰਦੇ ਨੂੰ ਆਪਣੇ ਇੰਡੀਅਨ ਬੰਦੇ ਨੂੰ ਹਾਇਰ ਕੀਤਾ ਵੀ ਲੋਡ ਚੱਕ ਕੇ ਡਿਲੀਵਰ ਕਰ, ਉਹ ਰੇਟ ਕਨਫਰਮੇਸ਼ਨ ਤੇ ਇੱਕੋ ਹੀ ਚੀਜ਼ ਮੈਨੂੰ ਮਿਲੀ ਆ ਜਿਹਦੇ ਵਿੱਚ ਆਪਾਂ ਇੰਡੀਆ 'ਚ ਹੀ ਕਰਦੇ ਹੁੰਦੇ ਆ, ਜਿੱਦਾਂ ਵੀ ਆਪਾਂ ਡੇਟ ਮੂਹਰੇ ਪਾਉਂਦੇ ਆ ਤੇ ਮੰਥ ਮਗਰ ਪਾਉਂਦੇ ਆ ਤੇ ਈਅਰ ਉਹਦੇ ਪਿੱਛੇ ਪਾਉਂਦੇ ਆ। ਚੋਰ ਬੈਠੇ ਆ ਜੀ ਉੱਥੇ, ਫਿਰ ਉਹੀ ਗੱਲ ਹੋਈ ਆ। ਮੈਨੂੰ ਉਹ ਤੋਂ ਗੈਸ, ਕਿਉਂਕਿ ਮੈਨੂੰ ਬ੍ਰੋਕਰਾਂ ਨੇ ਭੇਜੇ ਸਾਰੇ ਪ੍ਰੂਫ ਈਮੇਲ ਕੀਤੇ ਕਿ ਆਹ ਚੀਜ਼ਾਂ ਹੋਈਆਂ। ਮੈਂ ਕਹਿੰਦਾ ਜਦੋਂ ਮੈਂ ਕਿਸੇ ਨੂੰ ਕੁਛ ਨਹੀਂ ਜਾਣਦਾ ਜੀ, ਪਰ ਹੁਣ ਮੈਂ ਰਿਪੋਰਟ ਵੀ ਕਿਤੇ ਕਰਾਂ ਉਹ ਵੀ ਨਹੀਂ ਕੁਛ ਹੋ ਰਿਹਾ। ਮੈਂ ਪੁਲਿਸ ਨੂੰ ਕੇਸ ਵੀ ਕਿਤੇ ਕਰਨੇ ਵੀ ਨਹੀਂ ਨਾ ਪਤਾ ਵੀ ਦੂਜੇ ਪਾਸੇ ਪਾਰਟੀ ਕਿਹੜੀ ਹੈ। ਰਮਨ ਜੀ ਇਹ ਤਾਂ ਚੰਗੇ ਪਾਸੇ ਆ ਵਿਚਾਰੇ। ਉਹ ਕਹਿੰਦੇ ਮੈਨੂੰ ਲੋਕੇਸ਼ਨ ਦੱਸ ਕਿੱਥੇ ਹੈਪਨ ਹੋਇਆ, ਕਿਹਨੇ ਕੀਤਾ। ਸੋ ਆਈ ਥਿੰਕ ਗੁਰਵਿੰਦਰ ਜੀ, ਆਈ ਥਿੰਕ ਮੇ ਬੀ ਬੈਟਰ ਜਿਹੜਾ ਨਾ ਹੁਣ ਤੁਹਾਨੂੰ ਵਕੀਲ ਦੀ ਸਲਾਹ ਇਸ ਚੀਜ਼ ਦੇ ਵਿੱਚ ਮੇ ਬੀ ਤੁਹਾਨੂੰ ਲੈਣ ਦੀ ਜ਼ਰੂਰਤ ਪਵੇ ਵੀ ਕੀ ਜਿਹੜਾ ਇਸ ਚੀਜ਼ ਦੇ ਵਿੱਚ ਕਿਹੜਾ ਚੀਜ਼ ਕਰ ਸਕਦੇ ਆ, ਤੇ ਜਾਂ ਫਿਰ ਇਹ ਜਿੱਦਾਂ ਰਮਨ ਜੀ ਨੇ ਕਿਹਾ ਵੀ ਹੈ ਤਾਂ ਕੰਮ ਔਖਾ ਲੱਗਦਾ ਆ ਵੀ ਇਨਐਕਟੀਵੇਟ ਕਰਕੇ ਦੁਬਾਰਾ ਐਕਟੀਵੇਟ ਕਰਾਉਣੀ, ਜਾਂ ਫਿਰ ਉਹ ਰਾਹ ਜਿਹੜਾ ਉਹ ਚੁਣਨਾ ਪਊਗਾ। ਕਈ ਵਾਰੀ ਕੋਈ ਚੀਜ਼ ਕਿਸੇ ਦੇ ਹੱਥੇ ਲੱਗ ਜੇ, ਇੱਕ ਦੇ ਬਾਅਦ 'ਚ ਦੋ ਵਾਰੀ ਹੋਇਆ ਤਾਂ ਫਿਰ ਉਹ ਤੀਜੀ ਵਾਰੀ ਵੀ ਕਰੂ। ਸੋ ਤੁਸੀਂ ਥੋੜ੍ਹਾ ਜਿਹਾ ਹੁਣ ਤੁਹਾਨੂੰ ਮੇਵੇਂ ਵੀ ਸਲੋ ਡਾਊਨ ਹੋ ਕੇ ਦੇਖ ਕੇ ਕਰਨਾ ਪੈਣਾ ਵੀ ਅੱਗੇ ਕੀਤਾ ਕੀ ਜਾਵੇ। ਥੈਂਕ ਯੂ ਕਾਲ ਦੇ ਲਈ। ਤੇ ਜੇ ਭਾਈ ਸਾਡੇ ਕੋਈ ਸੁਣ ਰਹੇ, ਜੇ ਕਿਸੇ ਦੇ ਨਾਲ ਕੁਛ ਏਦਾਂ ਹੋਇਆ ਸੀਗਾ ਤਾਂ ਉਹਨਾਂ ਨੇ ਕੀ ਕੀਤਾ ਸੀ, ਜਾਂ ਕਿਸੇ ਨੇ ਤੋਂ ਸੁਣਿਆ ਜਾਂ ਕਿਸੇ ਨੇ ਕੁਛ ਹੋਇਆ ਤਾਂ ਕੋਈ ਸਲਾਹ ਹੋਵੇ ਤਾਂ ਭਾਈ ਉਹ ਵੀ ਜ਼ਰੂਰ ਇਹਨਾਂ ਨੂੰ ਦੱਸਿਓ। ਕਾਲ ਕਰਨ ਦੇ ਲਈ ਨੰਬਰ 408 272 5200। ਤੇ ਆਪਣੇ ਅਗਲੇ ਕਾਲਰ ਲੈਂਦੇ ਆ, ਜਰਨੈਲ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਹੁਣੇ ਭਾਜੀ ਹੋਣਾ ਦੀ ਗੱਲ ਸੁਣਦੇ ਸੀ। ਮੇਰੇ ਨਾਲ ਇਹ ਤਾਂ ਨਹੀਂ ਹੈਪਨ ਹੋਇਆ, ਮੇਰੇ ਨਾਲ ਹੋਰ ਹੋਇਆ ਸੀ। ਜਿੱਦਾਂ ਮੈਂ ਲੋਡ ਚੱਕਿਆ ਬ੍ਰੋਕਰ ਕੋਲੋਂ, ਉਹਨੇ ਬਾਈ ਮਿਸਟੇਕ ਮੇਰੀ MC ਦੀ ਬਜਾਏ ਕਿਸੇ ਹੋਰ ਦੀ MC ਪਾਤੀ ਤਾਂ ਉਹ ਮੈਨੂੰ ਪੈਸੇ ਨਾ ਇਸ਼ੂ ਕਰੇ। ਤਾਂ ਮੈਂ ਮੁੜ ਕੇ ਡੇਢ ਮਹੀਨਾ ਉਡੀਕਦਾ ਰਿਹਾ। ਮੁੜ ਕੇ ਮੈਂ ਉਹਨਾਂ ਨੂੰ ਈਮੇਲ ਕੀਤੀ ਕਿ ਤੁਸੀਂ ਠੀਕ ਕਰੋ, ਤੁਹਾਡੀ ਗਲਤੀ ਆ। ਉਹਨਾਂ ਨੇ ਫਿਰ ਨਹੀਂ ਕੀਤੀ। ਮੁੜ ਕੇ ਮੈਂ ਉਹਨਾਂ ਨੂੰ ਈਮੇਲ ਕਰਕੇ ਕਿਹਾ ਕਿ ਮੈਂ ਆਪਣੇ ਵਕੀਲ ਨਾਲ ਗੱਲਬਾਤ ਕੀਤੀ ਆ, ਮੈਂ ਤੁਹਾਨੂੰ ਕੋਰਟ 'ਚ ਲੈ ਕੇ ਜਾਊਂਗਾ ਜੇ ਤੁਸੀਂ ਠੀਕ ਨਾ ਕੀਤੀ। ਹਫ਼ਤੇ 'ਚ ਉਹਨਾਂ ਮੈਨੂੰ ਪੈਸੇ ਮਤਲਬ ਪੇ ਕਰ ਦਿੱਤੇ। ਤਾਂ ਹੁਣ ਇਹ ਜਿਹੜੀ ਗੱਲ ਭਾਜੀ ਹੋਣੀ ਦੱਸਦੇ, ਇਹਦੇ ਬਾਰੇ ਤਾਂ ਨਹੀਂ ਮੈਨੂੰ ਕੋਈ ਪਤਾ। ਤੇ ਠੀਕ ਹੈ। ਬਾਕੀ ਮੈਂ ਇੱਕ ਹੋਰ ਗੱਲ ਕਰਨੀ ਆ। ਅਸੀਂ ਮਤਲਬ ਜਿੱਦਾਂ ਨਾ ਇੰਸ਼ੋਰੈਂਸ ਵਾਲੇ ਮੇਰੇ ਦੋਸਤ ਆ ਇੱਥੇ, ਅਸੀਂ ਗੱਲਾਂ ਕਰਦੇ ਸੀ ਵੀ ਜਿਹੜੀ ਸਾਡਾ ਇੰਸ਼ੋਰੈਂਸ ਦਾ ਐਪ ਆ ਉਹ ਗੌਰਮੈਂਟ ਕੋਲ ਆ। ਅਸੀਂ ਇੱਕ ਵੀ ਪੈਸਾ ਵਾਧੂ ਚਾਰਜ ਨਹੀਂ ਕਰ ਸਕਦੇ। ਜੋ ਕੁਛ ਅਸੀਂ ਚਾਰਜ ਕਰਦੇ ਆ ਉਹ ਸਾਨੂੰ ਦੱਸਦੇ ਆ। ਮੈਂ ਭਾਜੀ ਰਮਨ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਜਦੋਂ ਤੁਸੀਂ ਮੀਟਿੰਗ ਕਿਸੇ ਨਾਲ ਕਰਦੇ ਫਰਜ਼ ਕੋਲ, ਉੱਥੇ ਇਹ ਮੁੱਦਾ ਉਠਾਓ ਕਿ ਇੱਕ ਐਪ ਬਣਾਓ। ਤੁਸੀਂ ਗੌਰਮੈਂਟ ਨੂੰ ਕਹੋ ਕਿ ਜਿਹੜੇ ਬ੍ਰੋਕਰਾਂ ਦੀਆਂ ਜਿਹੜੇ ਉਹ ਲੋਡ ਲੈਂਦੇ ਆ ਗਾਉਂ ਕਿੰਨੇ ਦਾ ਲੈਂਦੇ ਆ, ਕੀ ਲੈਂਦੇ ਆ, ਉਹ ਸਾਰਾ ਕੁਝ ਉੱਥੇ ਡਾਟਾ ਜਾਵੇ। ਫਿਰ ਉਹਨਾਂ ਨੂੰ ਪਤਾ ਲੱਗੇ ਕਿੰਨੇ ਦਾ ਲੈਂਦੇ ਆ, ਕਿੰਨੇ ਦਾ ਗਾਹ ਦਿੰਦੇ ਆ। ਜੇ ਅਨਫੋਰਚੂਨੇਟਲੀ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਗਵਰਨਮੈਂਟ ਨਹੀਂ ਕਰ ਸਕਦੀ, ਨਾ ਹੀ ਕਰੇਗੀ ਗਵਰਨਮੈਂਟ। ਸੋ ਇਹ ਚੀਜ਼ਾਂ ਪੋਸੀਬਲ ਨਹੀਂ ਹੈਗੀਆਂ। ਸੋ ਗਵਰਨਮੈਂਟ ਜਿਹੜੀ ਆ ਉਹ ਇੰਟਰਫੇਅਰ ਨਹੀਂ ਕਰਦੀ ਇੰਟਰਸਟੇਟ ਕਾਮਰਸ ਦੇ ਵਿੱਚ ਜਾਂ ਤੁਹਾਡਾ ਪਰਸਨਲ ਬਿਜ਼ਨਸ ਦੇ ਵਿੱਚ। ਸੋ ਇਸ ਕਰਕੇ ਇਹ ਜਿਹੜੀ ਚੀਜ਼ਾਂ ਹੈਗੀਆਂ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਐਪ ਹੈਗੀ ਹੈ ਗਵਰਨਮੈਂਟ ਕੋ ਇੰਸ਼ੋਰੈਂਸ ਵਾਲੀ, ਇੱਧਰ ਦੀ ਕੋਈ ਚੀਜ਼ ਨਹੀਂ ਹੈਗੀ, ਨਾ ਹੀ ਇੱਦਾਂ ਦਾ ਕੋਈ ਗਵਰਨਮੈਂਟ ਕਰ ਸਕਦੀ ਆ। ਜਿਹੜੇ ਚਾਰਜਿਸ ਹੁੰਦੇ ਆ ਇੰਸ਼ੋਰੈਂਸ ਵਗੈਰਾ ਦੇ ਵਿੱਚ, ਚਾਰਜਿਸ ਜਿਹੜੇ ਹੁੰਦੇ ਆ ਉਹ ਤੁਹਾਡੀਆਂ ਜਿਹੜੀਆਂ ਤੁਸੀਂ ਕਵਰੇਜ ਲਈਆਂ ਉਹਦੇ ਕਰਕੇ ਉੱਤੇ ਥੱਲੇ ਜਾਂਦੇ ਆ। ਉਹਦੇ ਵਿੱਚ ਕੋਈ ਐਸਾ ਫੈਕਟਰ ਨਹੀਂ ਹੁੰਦਾ ਵੀ ਤੁਹਾਨੂੰ ਕੋਈ ਵੱਧ ਚਾਰਜ ਨਹੀਂ ਕਰ ਸਕਦਾ, ਤੁਹਾਨੂੰ ਘੱਟ ਨਹੀਂ ਕਰ ਸਕਦਾ।
ਵੱਧ ਘੱਟ ਸਿਰਫ ਬੈਨੀਫਿਟ ਦੇ ਉੱਤੇ ਹੁੰਦੇ ਆ, ਜਿੰਨੇ ਤੁਸੀਂ ਕੀ ਬੈਨੀਫਿਟ ਲੈਣੇ ਮੇਰੇ ਖਿਆਲ ਦੋਸਤਾ ਜੀ ਇਸ ਚੀਜ਼ ਤੇ ਜ਼ਿਆਦਾ ਦੱਸ ਸਕਦੇ। ਜੀ ਬਿਲਕੁਲ, ਬਹੁਤ ਚੀਜ਼ਾਂ ਤੇ ਡਿਪੈਂਡ ਕਰਦਾ। ਤੁਹਾਡਾ ਡਰਾਈਵਰਸ ਕਿੱਦਾਂ ਦੇ ਆ, ਉਹਨਾਂ ਦਾ ਰੈਕਡ ਕਿੱਦਾਂ ਦਾ, ਉਹਨਾਂ ਦੇ ਕਲੇਮ ਕਿੰਨੇ ਆ, ਕਈ ਚੀਜ਼ਾਂ ਤੇ ਮੈਟਰ ਕਰਦੀਆਂ ਹੈਗੀਆਂ। ਸੋ ਸਾਰਾ ਕੁਝ ਇੰਡੀਪੈਂਡੈਂਟ ਕੰਪਨੀਆਂ, ਨਹੀਂ ਤਾਂ ਫਿਰ ਇੱਕੋ ਕੰਪਨੀ ਹੋਵੇ ਜਿੱਦਾਂ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ 'ਚ ਹੈਗੀ ਆ, ਉਹਨਾਂ ਦੀ ਗਵਰਨਮੈਂਟ ਦਾ ਪ੍ਰੋਗਰਾਮ ਆ, ਹਨਾ। ਪਰ ਆਪਾਂ ਅਮਰੀਕਾ ਦੇ ਵਿੱਚ ਸਾਰਾ ਕੁਝ ਇੰਡੀਪੈਂਡੈਂਟ ਆ, ਇੱਥੇ ਕਿੰਨੀਆਂ ਕੰਪਨੀਆਂ ਆ, ਸੋ ਉਹ ਕੰਪੀਟ ਕਰਦੀਆਂ ਬਿਜ਼ਨਸ ਲੈਣ ਲਈ। ਸੇਮ ਜਿੱਦਾਂ ਗੈਸ ਸਟੇਸ਼ਨ ਤੇ ਆਪਾਂ ਜਾਂਦੇ ਹੈਗੇ ਆ, ਇੱਕੋ ਹੀ 4 ਵੇ ਸਟਾਪ ਦੇ ਉੱਤੇ 4 ਗੈਸ ਸਟੇਸ਼ਨ ਅਲੱਗ-ਅਲੱਗ ਪ੍ਰਾਈਸ ਆ, ਠੀਕ ਹੈ ਕਿ ਜੀ ਜੀ, ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਮੁਖਤਿਆਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਵੀਰ ਨੂੰ ਜਿਹੜੀ ਕਾਲ ਕੀਤੀ ਪਹਿਲਾਂ, ਲੋਡ ਕੋਈ ਹੋਰ ਬੰਦਾ ਚੱਕਦਾ, ਇਹ ਆਪਣੀ ਇੰਸ਼ੋਰੈਂਸ ਨੂੰ ਕਾਲ ਕਰ ਲਵੇ। ਮੈਂ ਤਾਂ ਉਹਨਾਂ ਕੋਈ ਸਰਟੀਫਿਕੇਟ ਦਿੱਤਾ ਨਹੀਂ, ਉਹਨੂੰ ਦੁਆ ਨਹੀਂ ਕੀਤਾ ਵੀ ਉਹ ਬਿਨਾਂ ਇੰਸ਼ੋਰੈਂਸ ਤੋਂ ਕਿੱਦਾਂ ਲੋਡ ਚੱਕੀ ਜਾਂਦੇ ਆ। ਜਿਹੜਾ ਬ੍ਰੋਕਰ ਕੋਈ ਇੰਸ਼ੋਰੈਂਸ ਤੋਂ ਮੰਗਦਾ ਹੋਊਗਾ, ਠੀਕ ਹੈ, ਹਾਂਜੀ, ਤੇ ਉਹ ਆਪਣੀ ਇੰਸ਼ੋਰੈਂਸ ਨੂੰ ਕਾਲ ਕਰ ਦੇਣਾ। ਇਹ ਵੀ ਹੋ ਸਕਦਾ ਉਹ ਇੰਸ਼ੋਰੈਂਸ ਦਾ ਸਰਟੀਫਿਕੇਟ ਦਾ ਜਿਹੜਾ ਮਰਜ਼ੀ ਪ੍ਰਿੰਟ ਕਰ ਲਿਆ, ਹਨਾ। ਉਹਨੂੰ ਪਤਾ ਹੀ ਨਹੀਂ ਹੋਣਾ ਉਹਨਾਂ ਨੂੰ ਵੀ ਮੇਰਾ ਕੋਈ ਯੂਜ਼ ਕਰ ਰਿਹਾ ਕਿ ਨਹੀਂ, ਕਿਉਂਕਿ ਅੱਜ ਕੱਲ ਤਾਂ ਪੀਡੀ ਫਿਲਰ ਕਿੰਨੀਆਂ ਸੌਫਟਵੇਅਰ ਪ੍ਰੋਗਰਾਮ ਆ, ਤੁਸੀਂ ਹੋ ਸਕਦਾ ਇਹਨਾਂ ਦਾ ਸਰਟੀਫਿਕੇਟ ਕਿਤੇ ਲੈ ਲਿਆ ਹੋਵੇ, ਉਹੀ ਕੱਟ ਕੇ ਇਦਾਂ ਲੱਭ ਥੱਲੇ ਜਾਂਦਾ ਉਹਨਾਂ ਨੇ ਉਹਦਾ change ਕਰ ਹਰਜੋਤ ਜੀ ਵੀ ਇਹ ਪ੍ਰਾਈਵੇਟ ਕਿਸੇ ਦਾ ਇੰਸ਼ੋਰੈਂਸ ਸਰਟੀਫਿਕੇਟ ਇਦਾਂ ਲੱਭ ਸਕਦਾ? ਜੀ ਹਾਂ, ਬਿਲਕੁਲ ਕੰਪਨੀ ਨੂੰ ਕਾਲ ਕਰਕੇ ਲੈ ਜੀ। ਉਹ ਅੱਛਾ, ਕੰਪਨੀ ਨੂੰ ਕਾਲ ਕਰਕੇ ਜਿਹੜਾ ਉਹ ਲੈ ਸਕਦੇ ਆ, ਠੀਕ ਹੈ ਭਾਜੀ। ਉਹ ਤਾਂ ਕੰਪਨੀਆਂ ਤਾਂ ਦੇ ਨਹੀਂ ਸਕਦੇ ਹਰੇਕ ਕਿਸੇ ਨੂੰ। ਆਪਾਂ ਕਿਦਾਂ ਜਿੱਦਾਂ ਆਪਾਂ ਜਿੱਦਾਂ ਕਹਿੰਦੇ ਵੀ ਆਪਾਂ ਕਿਸੇ ਤੋਂ ਕੰਪਨੀ ਲੋਡ ਨਹੀਂ ਕਰ ਸਕਦੇ ਨਾ, ਉਹ ਤਾਂ ਹਰੇਕ ਨੂੰ ਜਿਹੜਾ ਬ੍ਰੋਕਰ ਟੂ ਬ੍ਰੋਕਰ ਆਪਾਂ ਜਿੱਦਾਂ ਹੁੰਦਾ, ਜੇ ਕੈਰੀਅਰ ਤੋਂ ਆਪਾਂ ਲੋਡ ਨਹੀਂ ਲੈ ਸਕਦੇ ਤਾਂ ਇੰਸ਼ੋਰੈਂਸ ਕਵਰ ਨਹੀਂ ਕਰਦੀ। ਹੋ ਸਕਦਾ ਕੰਪਨੀ ਤੋਂ ਡਾਇਰੈਕਟਲੀ ਉਹ ਕਾਲ ਕਰ ਲੈਣ, ਕਿਉਂਕਿ ਕੰਪਨੀ ਕਿਹੜੀ ਹਰ ਵੇਲੇ ਵੈਰੀਫਾਈ ਕਰਦੀ ਆ ਵੀ ਭਾਈ ਤੁਸੀਂ ਆਹ ਲੋਡ ਚੱਕਣਾ, ਕਿਉਂਕਿ ਸਰਟੀਫਿਕੇਟ ਇੰਨੇ ਹੁੰਦੇ ਆ, ਠੀਕ ਹੈ ਕਿ ਨਹੀਂ। ਇਹ ਹਾਂਜੀ, ਇਹਦਾ ਫਰਾਡ ਹੋਇਆ, ਪਰ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਆ। ਪਰ ਬਾਕੀ ਪਰ ਇਹ ਵਿਚਾਰੇ ਕਸੂਤੇ ਫਸੇ ਆ ਹੁਣ। ਨਹੀਂ, ਕਰਕੇ ਦੇਖ ਲੈਣ ਜੀ, ਕੋਈ ਇਹ ਆ ਵੀ ਪਤਾ ਲੱਗ ਜੂਗਾ ਵੀ ਕੀ ਆ, ਹਨਾ ਵੀ। ਚਲੋ ਇਦਾਂ ਆ ਵੀ ਰਾਈਟ ਨਾਓ ਤਾਂ ਇਦਾਂ ਆ ਵੀ ਉਹਨਾਂ ਨੂੰ ਵੀ ਹਰ ਥਾਂ ਹੀ ਹੱਥ ਪੱਲਾ ਮਾਰ ਕੇ ਦੇਖਣਾ ਪੈਣਾ ਆ, ਤੇ ਫੇਰ ਹੀ ਕੋਈ ਰਾਹ ਜਿਹੜਾ ਉਹ ਪਤਾ ਲੱਗਣਾ, ਕਿਉਂਕਿ ਬਿਲਕੁਲ ਨਵੀਂ ਚੀਜ਼ ਕਹਿ ਸਕਦੇ ਆ ਵੀ ਇਹ ਚੀਜ਼ ਆਈ ਡੋਂਟ ਨੋ ਵੀ ਨਵੀਂ ਆ ਕਿ ਨਹੀਂ, ਬਟ ਹੋਈ ਜ਼ਰੂਰ ਆ, ਤੇ ਵਿਚਾਰੇ ਕਸੂਤੇ ਫਸੇ ਨੇ ਇਸ ਟਾਈਮ ਜੀ। ਆਪਣੇ ਅਗਲੇ ਕਾਲਰ ਨੇ ਯੂਜ਼ਲੀ ਇੱਕ ਦੋ ਲੋਡ ਕਰਕੇ ਉਹ ਭੱਜ ਜਾਂਦੇ ਹੁੰਦੇ ਆ, ਲੱਗਦਾ ਯੂਜ਼ਲੀ ਇੱਕ ਦੋ ਲੋਡ ਕਰਕੇ ਭੱਜ ਜਾਂਦੇ ਹੁੰਦੇ ਆ। ਹਾਂ, ਉਹਨਾਂ ਨੂੰ ਵੀ ਪਤਾ ਵੀ ਬਹੁਤਾ ਚਿਰ ਕਰਦੇ ਰਵਾਂਗੇ ਤੇ ਫਸਾਂਗੇ, ਤੇ ਪਰ ਚਲੋ ਗੱਲ ਹੈ ਵੀ ਇੱਕ ਦੋ ਲੋਡਾਂ ਦੇ ਨਾਲ ਬੰਦੇ ਨੂੰ ਚੰਗਾ ਨੁਕਸਾਨ ਵੀ ਹੋ ਜਾਂਦਾ ਹੈ ਨਾ। ਜੀ ਜੀ, ਗੁਰਪ੍ਰੀਤ ਜੀ। ਜੀ ਜੀ, ਭਾਜੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਉਹ ਤਾਂ ਬੰਦਾ ਫਸ ਜਾਂਦਾ ਈਜ਼ੀ, ਮਤਲਬ ਜਿਹੜੇ ਬੰਦੇ ਦੀ ਹੁਣ ਬਾਈ ਕਹਿ ਰਿਹਾ ਸੀ ਉਹਨੂੰ ਚੈੱਕ ਮਤਲਬ ਲੋਡ ਲਿਆ ਹਨਾ, ਉਹ ਡਿਸਪੈਚਰ ਨੇ ਉਹਨੂੰ ਚੈੱਕ ਦਿੱਤਾ ਹੀ ਹੋਣਾ ਵਾ ਹਨਾ, ਅੱਗੇ ਨਾ ਕਿਸੇ ਤਰੀਕੇ ਪੇ ਕੀਤਾ ਹੋਣਾ, ਉੱਪਰ ਦੀ ਡਿਟੇਲ ਲੈ ਰਹੇ, ਜੇ ਨਹੀਂ ਉਹ ਡਿਟੇਲ ਦਿੰਦਾ ਫਿਰ ਉੱਤੇ ਵੀ ਕੇਸ ਕਰਦੇ ਚੱਕ ਕੇ। ਇਹ ਤਾਂ ਕੋਈ ਹੈ ਨਹੀਂ ਨਾ ਕਿ ਬਾਈ ਹੁਣ ਉਹਦੀ ਐਮਸੀ ਤੋਂ ਲੋਡ ਚੱਕੀ ਜਾਵੇ। ਨਹੀਂ, ਇਹ ਤਾਂ ਹੈ ਕਿ ਇਹਦੇ ਵਿੱਚ ਪਾਰਟੀਆਂ ਪੂਰਟੀਆਂ ਦੋ ਤਿੰਨ ਬਣਾ ਕੇ ਤੇ ਫਿਰ ਉਹ ਆਪੇ ਮਸਲਾ ਸੁਲਝਾਉਣਗੇ। ਇਹ ਵੀ ਹਾਂ ਲੌਂਗ ਹਾਲ ਹੁਣ ਇਹਨਾਂ ਦਾ ਇਹ ਕੇਸ ਜਿਹੜਾ ਚੀਜ਼ ਇਹਨਾਂ ਨੂੰ ਬਣਨੀ ਪੈਣੀ ਆ, ਕਈ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਉਹਨਾਂ ਨੂੰ ਕਰਨੀਆਂ ਪੈਣੀਆਂ। ਪਰ ਇਹ ਆ ਵੀ ਫਿਰ ਇੱਕ ਪ੍ਰੈਸੀਡੈਂਟ ਮੇ ਵੀ ਰਮਨ ਜੀ ਸੈੱਟ ਹੋ ਜੇ ਵੀ ਫਿਰ ਵੀ ਇਦਾਂ ਕਰਨਾ ਪੈਣਾ। ਉਹ ਭਾਜੀ ਮਤਲਬ ਜਦੋਂ ਕੇਸ ਫਾਈਲ ਕਰੂਗਾ ਹਨਾ, ਉਹ ਮਤਲਬ ਦੱਸਣਗੇ ਨਾ ਵੀ ਲੋਡ ਕਿਹੜੇ ਡਿਸਪੈਚਰ ਨੇ ਲਿਆ, ਕਿਹੜੇ ਅਕਾਊਂਟ 'ਚ ਉਹਨਾਂ ਨੇ ਪੈਸੇ ਦਿੱਤੇ, ਉਹ ਤੋਂ ਬੰਦਾ ਫਸਣਾ, ਉੱਦਾਂ ਨਹੀਂ ਫਸਣਾ। ਜੇ ਮੰਨ ਲਓ ਜੇ ਕੋਈ ਵੀ ਸਿੱਧਾ ਕੇਸ ਕਰਕੇ ਬੰਦਾ ਫੜ ਦਈਏ, ਉਹ ਹੀ ਬੰਦਾ ਫਸਣਾ। ਜੇ ਉਹ ਜਦੋਂ ਮਤਲਬ ਸ਼ਿਪਰ ਆਪਾਂ ਨੂੰ ਪੇ ਕਰਦਾ ਨਾ ਫੈਕਟਰਿੰਗ ਨੂੰ, ਫੈਕਟਰਿੰਗ ਵਾਲੇ ਜਿਹੜੇ ਅਕਾਊਂਟ 'ਚ ਪੈਸੇ ਪਾਉਂਦੇ ਆ ਉਹ ਸਾਰੀ ਡਿਟੇਲ ਦਿੰਦੇ ਆ ਵੀ ਆਹ ਬੰਦੇ ਦਾ ਅਕਾਊਂਟ ਆ, ਹੋਲਡਰ ਆ, ਉਹਦੇ ਅਕਾਊਂਟ 'ਚ ਪੈਸੇ ਗਏ ਆ। ਜੀ ਜੀ, ਥੈਂਕ ਯੂ ਜੀ, ਥੈਂਕ ਯੂ ਗੁਰਪ੍ਰੀਤ ਜੀ। ਜੀ ਆਪਣੇ ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਆਪਣਾ ਉਹ ਵੀਰ ਜੀ ਦੇ ਨਾਲ ਜੋ ਉਹਨਾਂ ਦੀ ਆਇਡੈਂਟੀ ਚੋਰੀ ਹੋਈ ਆ, ਉਹਨਾਂ ਦੇ ਮੇਨ ਚੀਜ਼ ਇਹ ਹੈਗੀ ਹੈ ਕਿ ਕੋਈ ਵੀ ਇੰਸ਼ੋਰੈਂਸ ਕੰਪਨੀ ਤਦ ਤੱਕ ਕੋਈ ਕਲੇਮ ਨਹੀਂ ਪੇ ਕਰਦੀ ਜਦ ਤੱਕ ਉਹ ਤੁਹਾਡੇ ਨਾਲ ਮੇਕ ਸ਼ੋਰ ਨਹੀਂ ਕਰਦੀ। ਤਾਂ ਇਸ ਸਿਚੁਏਸ਼ਨ ਦੇ ਵਿੱਚ ਜਿਹੜਾ ਲੂਜ਼ ਕਰਨਾ ਉਹ ਬ੍ਰੋਕਰ ਨੇ ਹੀ ਕਰਨਾ ਆ, ਕਿਉਂਕਿ ਬ੍ਰੋਕਰ ਨੇ ਵੈਰੀਫਾਈ ਕਰਨਾ ਸੀ ਕਿ ਉਹ ਸਹੀ ਬੰਦੇ ਨੂੰ ਲੋਡ ਚੁਕਾਉਂਦਾ। ਉਹ ਵੀਰ ਜੀ ਦੇ ਨਾਲ ਚਲੋ ਹੈ ਇਟਸ ਬੈਡ ਕਿ ਇਦਾਂ ਹੋ ਰਿਹਾ, ਲੇਕਿਨ ਉਹਨਾਂ ਦੀ ਇੰਸ਼ੋਰੈਂਸ ਕੰਪਨੀ ਨੇ ਕੋਈ ਕਲੇਮ ਨਹੀਂ ਪੇ ਕਰਨਾ ਜੋ ਵੀ ਚੋਰੀ ਹੋਇਆ ਜਦ ਤੱਕ ਉਹਨਾਂ ਦੇ ਨਾਲ ਉਹ ਮੇਕ ਸ਼ੋਰ ਨਹੀਂ ਕਰਦੀ। ਬਿਲਕੁਲ ਬਿਲਕੁਲ। ਸੋ ਅੱਗੇ ਫੇਸਬੁੱਕ ਤੇ ਕਮੈਂਟ ਆ ਆਪਣੇ ਸਨੀ ਗਰੇਵਾਲ ਉਹਨਾਂ ਦਾ, ਕਹਿੰਦੇ FMC ਅਸੇ ਵੀ ਜੰਕ ਹੀ ਆ, ਕਰਦੇ ਕੁਛ ਨਹੀਂ।
ਸੋ ਬਿਲਕੁਲ ਹੁਣ ਦੇਖੋ ELD ਲੱਗੇ ਨੂੰ ਕਿੰਨਾ ਚਿਰ ਹੋ ਗਿਆ, ਰਾਈਟ? ਦਸੰਬਰ 2019 ਦੀ ਲੱਗੇ ਆ, ਹਜੇ ਤੱਕ ਇਹਨਾਂ ਨੇ ਕੋਈ ਸਰਵੇ ਨਹੀਂ ਜਾਰੀ ਕੀਤਾ ਵੀ ਹਾਂ ਵੀ ਇਹਦੇ ਨਾਲ ਐਕਸੀਡੈਂਟ ਘਟੇ ਆ ਜਾਂ ਕੀ ਇੰਪਰੂਵਮੈਂਟ ਹੋਈ ਆ ਕਿ ਨਹੀਂ ਹੋਈ। ਸੋ ਇਦਾਂ ਦਾ ਕੰਮ ਤਾਂ ਉਹਨਾਂ ਨੂੰ ਕਰਨਾ ਚਾਹੀਦਾ ਹੈ। ਪਰ ਪ੍ਰੋਬਲਮ ਉਹੀ ਹੈ ਨਾ, ਹੁਣ ਦੇਖੋ ਕਿਸਾਨ, ਆਪਾਂ ਦੇਖਿਆ ਸੀ ਜਿਹੜੇ ਕੱਲ ਵੀ ਖਬਰ ਸਾਂਝੀ ਕੀਤੀ ਸੀ, ਜੋ ਡਲੀਨੋ ਤੋਂ ਚੱਲੇ ਸੀ ਆਪਣੇ ਫਾਰਮ ਵਰਕਰਸ, ਤੇ ਗਵਰਨਰ ਤੋਂ ਨਹੀਂ ਮਨਾ ਕੇ ਸਾਈਨ ਹੋ ਗਏ ਕੱਲ ਉਹਨਾਂ ਦੇ। ਸੋ ਇਹੀ ਆ ਵੀ ਇਕੱਠੇ ਹੋਣਾ ਪੈਂਦਾ ਆ, ਇਕੱਠੇ ਹੋ ਕੇ ਕੰਮ ਕਰਨਾ ਪੈਂਦਾ। ਫਿਰ ਉਹੀ ਸਨੀ ਵਾਲੀ ਗੱਲ ਆ ਵੀ ਟਿਕਟੌਕ ਤੇ ਲੱਗੇ ਰਹਿੰਦੇ ਆ, ਫਿਰ ਕਰਦੇ ਹੈ ਨਹੀਂ ਕੁਛ ਵੀ। ਕੁਰਬਾਨੀ ਵੀ ਦੇਣੀ ਪੈਂਦੀ ਆ, ਭਾਜੀ ਤਿਆਰ ਰਹਿਣਾ ਪੈਂਦਾ ਉਸ ਚੀਜ਼ ਤੇ। ਰੌਲਾ ਇਹ ਆ ਰਾਜਕਰਨ ਵੀ FMC ਐਸੇ ਵੀ ਇਸ ਵੇਲੇ ਭੰਬਲ ਭੂਸੇ ਚ ਫਸੀ ਆ ਵੀ ਸਰਵੇ ਕਰੀਏ ਤੇ ਕਿੰਨੀ ELD ਇੱਕ ਬੰਦੇ ਕੋਲ ਹੋਣੀ ਚਾਹੀਦੀ, ਉਹਦਾ ਕਰਨਾ ਚਾਹੀਦਾ ਵੀ 1 ਲਾ ਕੇ ਚੱਲਦੇ, 2 ਲਾ ਕੇ ਚੱਲਦੇ ਕਿ 3 ਲਾ ਕੇ ਚੱਲਦੇ ਆ। ਰਜੋਲ ਭਾਜੀ ਸਰਵੇ ਕਾਹਦਾ ਭਾਲਦੇ ਆ ਯਾਰ? ਆਪਾਂ ਮਤਲਬ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੀ ਕੀ ਆਪਣੇ ਸਿਚੁਏਸ਼ਨ ਹੈ ਆਪਣੀ ਇੰਡਸਟਰੀ ਦੇ ਵਿੱਚ। ਸਰਵੇ ਕੀ ਕਰ ਲੂਗੇ? 2 3 ELDਆਂ ਚੱਲ ਰਹੀਆਂ ਵਿਚਾਰਿਆਂ ਦਾ। ਇੱਕ ELD ਕਿਹਾ ਸੀ ਅਗਲੇ ਨੇ ਲਾਉਣ ਨੂੰ, ਅਸੀਂ ਇੰਨੇ ਐਡਵਾਂਸ ਹੋ ਗਏ, ਅਸੀਂ 2 3 ਲਾਉਣ ਲੱਗ ਪਏ। ਵੇਖੋ ਤੇ ਹੋਰ ਸਰਵੇ ਅਸੀਂ ਕੀ ਕਰਾ ਦਈਏ ਦੱਸੋ? ਤੇ ਐਕਸੀਡੈਂਟ ਕਿੱਥੋਂ ਘਟ ਜਾਣਗੇ ਜਦੋਂ ਅਸੀਂ ਨਾ ਤੇ ਅਸੀਂ ਆਪਣੇ ਘੰਟੇ ਘਟਾਏ ਕੰਮ ਕਰਦੇ, ਨਾ ਅਸੀਂ ਸਪੀਡ ਘਟਾਈ, ਨਾ ਅਸੀਂ ਕੋਈ ਘਟਾਇਆ। 99 ਤੇ ਫਰੀਵੇ ਦੇ ਉੱਤੇ ਉਦਣ ਜਗਰੂਪ ਸਿੰਘ ਹੋਣੀ ਟਰੱਕ ਦੀ ਸਪੀਡ ਦਿਖਾਉਣ ਡਏ ਸੀਗੇ, 75 ਮੀਲ ਦੀ ਸਪੀਡ ਦੇ ਟਰੱਕ ਜਾ ਰਿਹਾ 99 ਤੇ ਫਿਰ ਅਸੀਂ ਰੌਲਾ ਪਾਉਂਦੇ ਆ ਵੀ ਕੈਲੀਫੋਰਨੀਆ ਦੇ ਵਿੱਚ 55 ਤੋਂ ਸਪੀਡ ਵਧਾਈ ਜਾਵੇ, ਤੇ 55 ਤੋਂ ਵਧਾ ਕੇ ਕਰ ਕੀ ਲਵਾਂਗੇ? ਚਲਾਉਂਦੇ ਅਸੀਂ ਪਹਿਲੇ 75 ਤੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਜਿਹੜੀਆਂ ਆਪਾਂ ਦੋਨੋਂ ਪਾਸੇ ਕੰਪੈਰੀਜ਼ਨ ਕਰੀਏ, ਜੋ ਹਾਲਾਤ ਇੰਡਸਟਰੀ ਦੇ ਹੈਗੇ ਆ ਉਹ ਦੇਖੀਏ ਤੇ ਜੋ ਆਪਾਂ ਮੰਗ ਕਰ ਰਹੇ ਉਹ ਦੇਖੀਏ। ਇਹ ਲੱਗਦਾ ਨਹੀਂ ਵੀ ਇਹ ਚੀਜ਼ਾਂ ਜਿਹੜੀਆਂ ਮੈਨੇ ਰਖਾਉਂਦੀਆਂ ਸਾਡੇ ਲਈ, ਪਰ ਡੈਫੀਨੇਟਲੀ ਕਰਨਾ ਚਾਹੀਦਾ। ਅਸੀਂ ਤਾਂ ਆਪ FMC ਨੂੰ ਆਲ ਦਾ ਟਾਈਮ ਇਹ ਗੱਲ ਕਹਿੰਦੇ ਆ ਵੀ ਤੁਸੀਂ ਜਿਹੜੀਆਂ ਚੀਜ਼ਾਂ ਜਿਹੜੇ ਕਾਨੂੰਨ ਹੋਰ ਲੈ ਕੇ ਆਉਣੇ ਆ, ਕੁਝ ਲੈ ਕੇ ਆਉਣੇ ਆ, ਤੁਸੀਂ ਪਹਿਲੇ ਕਾਨੂੰਨਾਂ ਨੂੰ ਲਾਗੂ ਕਰੋ ਪਹਿਲਾਂ, ਤਾਂ ਹੀ ਤੁਸੀਂ ਦੂਜੇ ਕਾਨੂੰਨ ਅਗਲੇ ਲੈ ਕੇ ਆਓ, ਨਹੀਂ ਤਾਂ ਫਿਰ ਐਵੇਂ ਕਾਨੂੰਨ ਬਣਾਈ ਜਾਣ ਦਾ ਕੀ ਫਾਇਦਾ। ਇਹ ਤਾਂ ਹੈ ਹੀ ਆ, ਬਿਲਕੁਲ ਜੀ। ਅਗਲੇ ਕਾਲਰ ਨੇ ਪਰਮਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ, ਆ ਜਿਹੜੇ ਭਾਜੀ ਹੁਣੀ ਦੱਸਣ ਦੇ ਏਦਾਂ ਮਸਲਾ ਮੇਰੇ ਨਾਲ ਵੀ ਹੋਇਆ। ਤੁਹਾਡੇ ਨਾਲ ਗੱਲ ਕੀਤੀ ਮਹੀਨਾ ਕੁ ਪਹਿਲਾਂ ਵੀ ਮੇਰਾ ਨਾਮ ਵਰਤ ਕੇ ਸਾਰਾ ਕੁਝ ਕਰਕੇ ਉਹ ਲੋਡ ਚੱਕਦਾ ਇਹ। ਤੇ ਮੈਂ ਪਹਿਲਾਂ ਕੀਤੀ FMC ਵਾਲਿਆਂ ਨਾਲ ਗੱਲ, ਤੇ ਉਹਨਾਂ ਕਿਹਾ ਵੀ DOT ਵਾਲਿਆਂ ਨਾਲ ਕਰੋ। DOT ਤੇ ਕੰਪਲੇਂਟ ਕੀਤੀ ਤੇ ਉਹ ਕਹਿੰਦੇ FMC ਨਾਲ ਕਰੋ। ਤੇ ਮੁੜ ਕੇ ਮੈਂ ਭਾਜੀ ਆਪਣੇ ਲੋਕਲ ਥਾਣੇ ਇੱਥੇ ਜਿਹੜਾ ਹੈਗਾ ਆਨਲਾਈਨ ਉਹਦੀ ਰਿਪੋਰਟ ਕਰਤੀ ਸਾਰੀ, ਜੋ ਵੀ ਮੇਰੇ ਕੋਲ ਇਨਫੋਰਮੇਸ਼ਨ ਹੈਗੀ। ਠੀਕ ਹੈ। ਤੇ ਪਰ ਉਸ ਤੋਂ ਬਾਅਦ ਉਹ ਬੰਦੇ ਨੇ ਚੱਕਿਆ ਨਹੀਂ। ਜਿੱਦਾਂ ਉਹ ਚੱਕਦੇ ਨੇ ਜਿਨ੍ਹਾਂ ਨਾਲ ਸੈਟਅਪ ਹੋਵੇ, ਫਿਰ ਉਹਦੇ ਚ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ, ਉਹ ਸਿੱਧੀ ਇਨਫੋਰਮੇਸ਼ਨ ਆ ਜਾਂਦੀ ਤੁਹਾਡੇ ਕੋਲ, ਈਮੇਲ ਉਹ ਦੂਜੀ ਦੇ ਦਿੰਦੇ ਆ। ਤੇ ਜਿਹਦੇ ਨਾਲ ਨਾ ਸੈਟਅਪ ਹੋਵੇ, ਤੁਹਾਡੇ ਕਹਿੰਦਾ ਮਤਲਬ ਜਿਨ੍ਹਾਂ ਨਾਲ ਤੁਸੀਂ ਕਿਤੇ ਕੰਮ ਕੀਤਾ ਹੁੰਦਾ ਉਹ ਫਿਰ ਮਿਸਯੂਜ਼ ਕਰਦੇ ਆ ਤੁਹਾਡਾ ਇਦਾਂ? ਹਾਂਜੀ ਜਿੱਦਾਂ ਜਿਨ੍ਹਾਂ ਨਾਲ ਆਪਾਂ ਪਹਿਲਾਂ ਸੈਟਅਪ ਕੀਤਾ ਹੁੰਦਾ ਨਾ, ਵੀ ਜੇ ਕੋਈ ਸਾਡੀ ਆਇਡੈਂਟੀ ਚੋਰੀ ਕਰਕੇ ਉਹਨਾਂ ਨੂੰ ਫੋਨ ਕਰਦਾ ਬ੍ਰੋਕਰ ਨੂੰ, ਤੇ ਉਹ ਜਦੋਂ MC ਦੱਸਦਾ ਤੇ ਉਹ ਆਲਰੇਡੀ ਸੈਟਅਪ ਹੋਇਆ ਹੁੰਦਾ ਆਪਣਾ। ਤੇ ਉਹ ਫਿਰ ਬ੍ਰੋਕਰ ਨੂੰ ਹੁੰਦਾ ਵੀ ਇਹਦੇ ਨਾਲ ਮੈਂ ਪਹਿਲਾਂ ਵੀ ਕੰਮ ਕੀਤਾ ਵਾ। ਤੇ ਜਦੋਂ ਕੋਈ ਨਵੇਂ ਬੰਦੇ ਨਾਲ ਕਰਦੇ ਆ ਤੇ ਉਹਦੇ ਲਈ ਜਦੋਂ ਆਪਾਂ ਨੂੰ ਸਾਰੀ ਇੰਸ਼ੋਰੈਂਸ, ਦੂਜਾ ਸੈਟਅਪ ਵਗੈਰਾ ਕਰਨਾ ਪੈਂਦਾ, ਫਿਰ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਹੁੰਦੀਆਂ। ਸੋ ਇਹ ਤੇ ਗੱਲ ਹੈ ਹਰਜੋਤ ਜੀ, ਰਮਨ ਜੀ ਜਾਣਦੇ ਆ ਵੀ ਇੰਡੀਆ ਤੋਂ ਬਹੁਤ ਸਾਰੇ ਲੋਕਾਂ ਨੇ ਕਾਰੋਬਾਰ ਉੱਥੋਂ ਜਿਹੜਾ ਉਹ ਚਲਾਇਆ ਆ। ਇਹ ਵੀ ਹੋ ਸਕਦਾ ਕੰਪਨੀਆਂ ਨੇ ਬਹੁਤ ਵੱਡੀਆਂ ਕੰਪਨੀਆਂ ਨੇ ਜਿਹੜਾ ਚਲਾਇਆ। ਇਹਦਾ ਮਤਲਬ ਵੀ ਜਿੱਦਾਂ ਅੱਗੇ ਖਬਰਾਂ ਆਉਂਦੀਆਂ ਸੀ ਨਾ ਵੀ ਕਾਲ ਸੈਂਟਰਾਂ ਦੇ ਵਿੱਚ ਉਹਨਾਂ ਨੇ ਇਹਦਾ ਡਾਟਾ ਚੋਰੀ ਕਰਕੇ ਇੰਨੇ ਮਿਲੀਅਨਾਂ ਡਾਲਰਾਂ ਦਾ ਜਿਹੜਾ ਆ ਉਹ ਕੀਤਾ। ਸੋ ਹੋ ਸਕਦਾ ਵੀ ਉੱਥੇ ਕੁਝ ਗੰਦੇ ਆਂਡੇ ਹੋਣ ਜਿਹੜੇ ਜਾਣਬੁੱਝ ਕੇ ਇਦਾਂ ਜਿਹੜਾ ਤੰਗ ਪਰੇਸ਼ਾਨ ਕਰ ਰਹੇ ਇਹਨਾਂ ਲੋਕਾਂ ਨੂੰ। ਸੋ ਭਾਈ ਇਹ ਵੀ ਹੁਣ ਦੇਖਣਾ ਪੈਣਾ ਵੀ ਕੀ ਕੁਛ ਕਰ ਰਿਹਾ। ਤੇ ਅਫਸੋਸ ਵਾਲੀ ਗੱਲ ਆ ਵੀ ਅੱਗੇ ਤਾਂ ਤੁਸੀਂ ਦੂਜੀ ਕਮਿਊਨਿਟੀਆਂ ਨੂੰ ਆਪਾਂ ਕਹਿ ਦਿੰਦੇ ਸੀ ਵੀ ਉਹ ਕਰਦੇ ਸੀ। ਇਹ ਤਾਂ ਮੋਸਟਲੀ ਮੈਨੂੰ ਲੱਗਦਾ ਇਹਨਾਂ ਨੇ ਆਪਣੇ ਬੰਦੇ ਹਾਇਰ ਕੀਤੇ ਹੋਣੇ ਆ ਜਿਹੜੀ ਗੱਲਬਾਤ ਕਰਨ ਦੇ ਲਈ। ਜੀ ਥੈਂਕ ਯੂ ਵੀਰ ਜੀ। ਤੇ ਇੱਕ ਲਾਸਟ ਕਾਲਰ ਲੈਣੇ ਆ ਜੀ, ਅਭੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਟੀਮ ਸਾਰੇ ਸਰੋਤਿਆਂ ਸਤਿ ਸ਼੍ਰੀ ਅਕਾਲ ਜੀ। ਅਭੀ ਬੋਲ ਰਿਹਾ ਜੀ। ਗੱਲ ਕਰਦੇ ਨੇ ਭਾਜੀ, ਹੁਣੇ ਮੁੰਡੇ ਕਹਿੰਦੇ ਆਪਣੇ ਬੰਦੇ ਵਿੱਚ ਨੇ ਕੀਤੀ ਸੀ MC ਵਗੈਰਾ ਜਾਂ ਕੋਈ ਚੋਰੀ ਕਰਕੇ। ਕੋਸ਼ਿਸ਼ ਕਰੋ ਆਪਣਾ ਜਿੱਦਾਂ ਜਿਹੜੇ ਤੁਸੀਂ ਬ੍ਰੋਕਰ ਦੇ ਨਾਲ ਸੈਟਅਪ ਕਰਦੇ ਹੈਗੇ ਜਾਂ ਤੁਸੀਂ ਉਹਨਾਂ ਨੂੰ ਆਪਣੇ ਇੱਕ ਪ੍ਰੋਪਰ ਇੱਕ ਆਪਣਾ ਪੇਪਰ ਬਣਾ ਕੇ ਤੁਸੀਂ ਨਾਲ ਉਹਨਾਂ ਦੇ ਸੈਂਡ ਕਰੋ ਵੀ ਦੇਖੋ ਅਗਰ ਕੱਲ੍ਹ ਨੂੰ ਮੇਰੀ ਜਿੱਦਾਂ ਹੁਣੇ ਰੀਸੈਂਟਲੀ ਭਾਈ ਕੋਈ ਦੱਸ ਕੇ ਗਿਆ ਵੀ ਕੋਈ ਕਿਸੇ ਨੇ ਉਹਦੀ ਤੁਹਾਡੀ ਇਨਫੋਰਮੇਸ਼ਨ ਚੇਂਜ ਕਰਕੇ ਜਾਂ ਈਮੇਲ ਵਗੈਰਾ ਚੇਂਜ ਕਰਕੇ ਉਹਨਾਂ ਨੂੰ ਸਬਮਿਟ ਕਰਤੀ, ਤੇ ਉਹਨਾਂ ਨੇ ਉਹ ਜੋ ਲੋਡ ਵਗੈਰਾ ਜਾਂ ਕੰਫਰਮੇਸ਼ਨ ਵਗੈਰਾ ਹੈਗੀ ਉਹਦੇ ਉੱਪਰ ਹੀ ਭੇਜਣ ਲੱਗ ਪਏ ਹੈ ਨਾ। ਉਹਦੇ ਵਿੱਚ ਇਹ ਆ ਜਾਂਦਾ ਵੀ ਉਹਨਾਂ ਨੂੰ ਇੱਕ ਪੇਪਰ ਆਪਣਾ ਤਿਆਰ ਕਰਕੇ ਭੇਜੋਗੇ। ਇਨ ਫਿਊਚਰ ਕਦੇ ਵੀ ਤਾਂ ਮੇਰਾ ਕੋਈ ਐਡਰੈਸ ਚੇਂਜ ਹੁੰਦਾ ਜਾਂ ਮੇਰਾ ਫੋਨ ਨੰਬਰ ਸਮਥਿੰਗ ਕੁਝ ਵੀ ਚੇਂਜ ਹੁੰਦਾ, ਤੁਸੀਂ ਮੇਰੇ ਨਾਲ ਕੰਟੈਕਟ ਕਰਨਾ, ਫਿਰ ਆਪਣੇ ਸਿਸਟਮ ਦੇ ਵਿੱਚ ਚੇਂਜ ਕਰਨੀ ਹੈ। ਤੇ ਮੇਰੇ ਮਤਲਬ ਆਥੋਰਾਈਜੇਸ਼ਨ ਬਗੈਰ ਈਮੇਲ ਤੋਂ ਬਗੈਰ ਮਤਲਬ ਮੈਨੂੰ ਤੁਸੀਂ ਭੇਜੋ ਤੋਂ ਬਗੈਰ ਜਾਂ ਮੇਰੀ
ਫੁੱਲ ਆਥੋਰਾਈਜ਼ੇਸ਼ਨ ਤੋਂ ਬਗੈਰ ਤੁਸੀਂ ਕੋਈ ਚੇਂਜ ਨਹੀਂ ਕਰਨਾ, ਠੀਕ ਹੈ ਨਾ, ਫਿਰ ਹੀ ਉਹ ਕਰ ਸਕਦੇ। ਅਦਰਵਾਈਜ਼ ਅਗਰ ਉਹ ਕਰਦੇ ਆ ਤਾਂ ਉਹ ਤੁਸੀਂ ਆਪਣੇ ਆਪ ਪ੍ਰੋਟੈਕਟ ਹੋ ਜਾਂਦੇ ਆ, ਕੱਲ੍ਹ ਨੂੰ ਕੋਈ ਲੋਡ ਘਰ ਚੱਕ ਕੇ ਲੈ ਗਿਆ ਉਹ ਫਿਰ ਰਿਸਪੌਂਸੀਬਿਲਿਟੀ ਉਹਨਾਂ ਦੀ ਬਣ ਜਾਂਦੀ, ਠੀਕ ਹੈ ਨੀ। ਦੂਜੇ ਨੰਬਰ 'ਤੇ ਜਿੱਦਾਂ ਆਪਣੇ ਜਿਹੜੇ ਲੋਡ ਬੋਰਡ ਹੁੰਦੇ ਆ, ਕਈ ਲੋਡ ਬੋਰਡ ਵਗੈਰਾ ਉਹ ਥੋੜ੍ਹੇ ਹਾਈ ਪ੍ਰਾਈਸ ਦੇ ਹੁੰਦੇ ਆ, ਕੋਸ਼ਿਸ਼ ਕਰੋ ਵੀ ਉਹ ਲੈ ਲਓ, ਉਹਨਾਂ ਦੇ ਵਿੱਚ ਤੁਹਾਨੂੰ ਕਿਸੇ ਦੀ MC ਵਗੈਰਾ ਜਾਂ ਡਾਇਰੈਕਟਰ ਵਗੈਰਾ ਤੁਹਾਨੂੰ ਲੱਭਣਾ ਸੌਖਾ ਹੋ ਜਾਂਦਾ ਹੈ। ਬਟ ਸਟਿਲ ਫਿਰ ਵੀ ਤੁਹਾਨੂੰ ਲੱਗਦਾ ਵੀ ਫਰੋਡ ਹੋਣ ਦੀ ਸੰਭਾਵਨਾ, ਤਾਂ ਤੁਸੀਂ ਲੱਗਦਾ ਵੀ ਤੁਸੀਂ ਲੋਡ ਬੁੱਕ ਕਰ ਲਿਆ, ਲੋਡ ਤੋਂ ਜ਼ਿਆਦਾ ਪ੍ਰਾਈਸ ਆ, ਤੁਸੀਂ ਡਾਇਰੈਕਟ ਤੁਹਾਨੂੰ ਤੁਹਾਡਾ ਸੈਟਅਪ ਹੋਇਆ ਹੁੰਦਾ ਆਡੀਓ ਬ੍ਰੋਕਰ ਦੇ ਨਾਲ, ਤੁਸੀਂ ਉਹਨੂੰ ਕਾਲ ਕਰਕੇ ਕਨਫਰਮ ਕਰ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਰੀਅਲ ਨੰਬਰ ਹੁੰਦਾ ਉਹਨਾਂ ਦਾ, ਵੀ ਆਹ ਨੰਬਰ ਉਹਨਾਂ ਦਾ ਰੀਅਲ ਨੰਬਰ ਹੈਗਾ, ਉਹਨੂੰ ਕਾਲ ਕਰਕੇ ਕਰੋ ਵੀ ਇਹ ਤੁਹਾਡਾ ਹੀ ਇਹ ਆਪਣਾ ਲੋਡ ਹੈਗਾ ਜਾਂ ਕਿਸੇ ਹੋਰ ਦਾ, ਤਾਂ ਤੁਸੀਂ ਇਸ ਤਰ੍ਹਾਂ ਮਤਲਬ ਫਰੋਡ ਤੋਂ ਬਚ ਸਕਦੇ ਆ, ਠੀਕ ਹੈ ਜੀ। ਤੀਜੇ ਨੰਬਰ 'ਤੇ ਇੱਦਾਂ ਹੈਗਾ ਵੀ ਜਿੱਦਾਂ ਹੁਣ ਇਸ ਤੋਂ ਇਲਾਵਾ ਅਲੱਗ ਗੱਲ ਹੈਗੀ ਹੈ ਜਾਂ ਬ੍ਰੋਕਰ ਹੈਗੀ ਆ, ਮੈਂ ਇਹ ਕਹਿਣਾ ਚਾਹੁੰਦਾ ਵੀ ਬ੍ਰੋਕਰ ਕੋਲ ਦੇਖੋ ਇੱਕ ਉਹਨੇ ਅਥਾਰਟੀ ਲਈ ਹੁੰਦੀ ਆ, ਠੀਕ ਹੈ, ਆਰਾਮ ਨਾਲ ਕੁਰਸੀ 'ਤੇ ਬੈਠਾ AC ਕਮਰੇ 'ਚ ਬੈਠਾ ਆ, ਤੇ ਆਰਾਮ ਨਾਲ ਉਹਨਾਂ ਦਾ ਤੁਸੀਂ ਲਾਈਫ ਸਟਾਈਲ ਜਾ ਕੇ ਅਗਰ ਸੀਰੀਅਸਲੀ ਦੇਖੋਗੇ ਜਾ ਕੇ ਨਾ, ਤੇ ਜਿਹੜੇ ਆਮ ਜਿਨ੍ਹਾਂ ਦੇ ਹੁਣ ਟਰੱਕ ਲੱਗੇ ਆ, ਜਿਨ੍ਹਾਂ ਨੇ ਇੰਸ਼ੋਰੈਂਸ ਲਈ, ਜਿਨ੍ਹਾਂ ਨੇ ਡਰਾਈਵਰ ਰੱਖੇ, ਜਿਨ੍ਹਾਂ ਦੇ ਖਰਚੇ ਆ, ਇਹਨਾਂ ਦੇ ਹਾਲ ਇੰਨੀ ਮਾੜੀ ਹਾਲਾਤ ਮਾੜੇ ਹੁੰਦੇ ਹੈਗੇ ਆ, ਉਹ ਐਸ਼ ਕਰਨ ਦੇ ਆ, ਤੇ ਇਹ ਸਾਡੇ ਬੰਦੇ ਸਾਰੇ ਖਰਾਬ ਹੋਣ ਦੇ, ਸਾਡੇ ਨਾਲ ਸਾਡੇ ਐਵਰੀਬਾਡੀ ਲੈ ਕੇ ਥੱਲੇ ਜਿਹੜੇ ਲੈਵਲ ਤੇ ਕੰਮ ਕਰਦੇ, ਉਹਨਾਂ ਦੀ ਜੂਨੀਅਰ ਇਹ ਆ ਕਿੰਨੇ ਉਹ ਸਿਆਣੇ ਸਮਝਦਾਰ ਬੰਦੇ ਆ, ਉਹਨਾਂ ਨੂੰ ਪਤਾ ਵੀ ਇੱਕ ਫੂਕ ਮਾਰੀ ਸਾਰੇ ਉਸ ਉੱਤੇ ਹੀ ਚੱਲਦੇ ਜਦੋਂ ਵੀ ਇੱਥੇ ਚੱਲਣਾ ਹੈਗਾ। ਤੇ ਜਿਹੜੇ ਬਾਕੀ ਆ ਸਾਡੀ ਜਿਹੜੀ ਅਸਲ ਗੱਲ ਆ ਜਾਂਦੀ ਆ, ਟਰੱਕਿੰਗ ਲਾਈਨ ਦੀ ਗੱਲ ਆ ਜਾਂਦੀ ਆ, ਇਹਨਾਂ 'ਚ ਇਹ ਗੱਲ ਨਾ ਹੋਣ ਦੀ ਵਜ੍ਹਾ, ਨਾ ਸਮਝਦਾਰੀ ਹੋਣ ਦੀ ਵਜ੍ਹਾ ਨਾਲ ਉਹ ਠੱਗੀ ਮਾਰਦੇ। ਦੇਖੋ ਇੱਕ ਪੈਸਾ ਇੱਕ ਵੀ ਨਹੀਂ ਉਹਨਾਂ ਨੇ ਲੱਗਿਆ, ਕਮਾਈ ਉਹ ਕਰਨ ਦੇ, ਸਾਡਾ ਸਾਰਾ ਕੁਛ ਲੱਗਾ ਪੱਲੇ, ਸਾਡੇ ਕੁਛ ਵੀ ਨਹੀਂ ਪੈਣ ਦਿੰਦੇ। ਕਿੰਨੀ ਮਤਲਬ ਕਿੰਨੀ ਹੈਰਾਨੀਆਂ ਦੀ ਗੱਲ ਹੈਗੀ। ਕੋਸ਼ਿਸ਼ ਕਰੋ, ਮੈਂ ਫਿਰ ਵੀ ਕਹਿੰਦਾ ਵੀ ਕੁਛ ਆਪਾਂ ਇੱਕ ਗੱਲ ਕਰੀਏ ਇਕੱਠੇ ਹੋ ਕੇ, ਕੁਛ ਸਾਡੇ ਵੀ ਫਾਇਦਾ ਲੈਣਾ ਚਾਹੀਦੇ, ਕਿਉਂਕਿ ਉਹਨਾਂ ਦੇ ਜੂਨੀਅਰ ਨਾਲ ਬਹੁਤ ਸਿਆਣੇ ਲੋਕ ਆ, ਇੱਦਾਂ ਇਸ ਨਾਲ ਲਾਈਕ ਈਰੀ ਸਿੰਘ ਹੈਗੀ, ਉਹਨਾਂ ਕੋਲ ਬਹੁਤ ਇੰਟੈਲੀਜੈਂਟ ਨੌਲੇਜ ਬਿਠਾ ਹੋਇਆ, ਪਤਾ ਉਹਨਾਂ ਨੂੰ ਕਿੱਦਾਂ ਯੂਨਾਈਟ ਹੋ ਕੇ ਰਹਿਣਾ, ਕਿੱਦਾਂ ਬਿਜ਼ਨਸ ਨੂੰ ਰਨ ਕਰਨਾ। ਤਾਂ ਅਗਰ ਅਸੀਂ ਇੱਦਾਂ ਹੀ ਖਿਲਰੇ ਵਿਤਰੇ ਰਹਿੰਦੇ ਹਾਂ ਤਾਂ ਸਾਡਾ ਨੁਕਸਾਨ ਹੁੰਦਾ। ਤਾਂ ਮੇਰੀ ਇਹੀ ਆ। ਬਾਕੀ ਗੱਲ ਇਹ ਹੈਗੀ ਆ ਵੀ ਹਾਲਾਤ ਤੋਂ ਮੈਂ ਹਾਸਿਆ ਦੀ ਗੱਲ ਆ ਵੀ ਇੱਦਾਂ ਦੇ ਆ ਗਏ ਵੀ ਲੋਕਾਂ ਦਾ ਉਹਨਾਂ ਨੇ ਬੁਰਾ ਹਾਲ ਟਰੱਕਾਂ ਦਾ ਇੱਦਾਂ ਕਰਤਾ ਵੀ ਜੇ ਕਿਸੇ ਨੂੰ ਕਹਿਣਾ ਵੀ ਸਾਡੇ ਪੱਠੇ ਪਾ ਜਾ, ਉਹਨਾਂ ਡੰਗਰ ਹੁਣ ਲੋਕਾਂ ਨੇ ਪੱਠੇ ਤੱਕ ਪਾ ਕੇ ਹੈਗਾ ਨਹੀਂ, ਇੰਨਾ ਉਹਨਾਂ ਨੇ ਇੱਦਾਂ ਦੇ ਹਾਲਾਤ ਬਣਾਤੇ ਹੈਗੇ ਜੀ। ਚਲੋ ਧੰਨਵਾਦ, ਮਿਹਰਬਾਨੀ ਜੀ। ਥੈਂਕ ਯੂ ਜੀ, ਮਿਹਰਬਾਨੀ ਅਭੀ ਜੀ। ਓਕੇ ਸ਼ੁਕਰੀਆ ਜੀ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਾਂਦੇ ਇੱਕ ਵਾਰੀ ਫਿਰ ਆਪਾਂ ਰਾਜਕਵੀਰ ਸਿੰਘ ਜੀ ਦੱਸਦੇ ਜਾਈਏ, ਕੱਲ ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤਾਈਂ ਪੰਜਾਬੀ ਰੇਡੀਓ USA ਨੇ ਲਾਈਵ ਪ੍ਰੋਗਰਾਮ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਪਿੰਡ ਰੋਡੇ ਤੋਂ ਜੋ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਪ੍ਰੋਗਰਾਮ ਹੋਇਆ ਸੀ, ਉਹ 7 ਘੰਟੇ ਲਾਈਵ ਪ੍ਰੋਗਰਾਮ ਦਿੱਤਾ ਸੀ। ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਲਾਈਵ ਸਾਰੀ ਰਾਤ ਦੇਖਦੇ ਵੀ ਰਹੇ ਆ। ਜਿਹੜੇ ਆਪਣੇ ਸਰੋਤੇ ਮਿਸ ਕਰ ਗਏ ਆ, ਪੂਰੀ ਦੀ ਪੂਰੀ YouTube Facebook ਤੇ ਪਿਆ, ਜ਼ਰੂਰ ਉਹ ਪ੍ਰੋਗਰਾਮ ਨੂੰ ਦੇਖਿਓ। ਜੀ ਜੀ। ਤੇ ਰਮਨ ਜੀ ਸ਼ੁਕਰੀਆ, ਧੰਨਵਾਦ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਆ। ਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜਿਹੜੇ ਮਿਸ ਕਰ ਗਏ ਨੇ ਪ੍ਰੋਗਰਾਮ, ਉਸ ਦੇ ਵਿੱਚ ਤੁਸੀਂ ਸੁਣ ਦੇਖ ਸਕਦੇ ਆ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US। Thank you.